ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹੇ ਸੋ ਕਹਾ ਸੁਆਮੀ। ਮੈਂ ਮੂਰਖ ਕਹਿਣ ਨ ਜਾਈ। ਧਰ ਜੀ ਅਰੇਕ ਟੇਕ ਤੂੰ, ਲਾਹਿ ਵਡਾਣੀ ਆਸ। ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਅੰਦਰ ਸੱਚਾ ਨੇਹ, ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਪੰਜੇ ਬੱਧੇ ਮਹਾਬਲੀ, ਕਰ ਸੱਚਾ ਢੋਆ। ਆਪਣੇ ਚਰਨ ਜਪਾਇਨ, ਵਿੱਚ ਦਈ ਖਲੋਆ। ਰੋਗ ਸ਼ੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ। ਪੰਜੇ ਬੱਧੇ ਮਹਾਬਲੀ, ਕਰ ਸੱਚਾ ਢੋਆ। ਆਪਣੇ ਚਰਨ ਜਪਾਇਨ, ਵਿੱਚ ਦਈ ਖਲੋਆ। ਰੋਗ ਸ਼ੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ। ਦਿਨ ਰੈਣ ਨਾਮ ਧਿਆਏਂਦਾ, ਫਿਰ ਪਾਏ ਨਾ ਮੋਆ। ਜਿਸ ਤੇ ਉਪਜਿਆ ਨਾਨਕਾ, ਸੋਈ ਫਿਰ ਹੋਆ। ਜਿਸ ਤੇ ਉਪਜਿਆ ਨਾਨਕਾ, ਸੋਈ ਫਿਰ ਹੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਕਿਰਪਾ ਨਿਧਾਨ ਭਗਤ ਵਛਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣਦਿਆਂ ਹੋਇਆਂ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਅੰਮ੍ਰਿਤ ਬੋਲ ਗੁਰਬਾਣੀ ਕੀਰਤਨ ਰੂਪ ਵਿੱਚ ਬਹੁਤ ਪਿਆਰ ਸਤਿਕਾਰ ਸਹਿਤ ਭਾਈ ਸੰਤੋਖ ਸਿੰਘ ਜੀ ਤਿੰਨਾਂ ਦੇ ਸਮੂਹ ਜੱਥੇ ਪਾਸੋਂ ਆਪ ਸੰਗਤ ਨੇ ਸਰਵਣ ਕੀਤੇ ਹਨ। ਇਸ ਅਸਥਾਨ ਤੋਂ ਲੜੀਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਵਿਚਾਰ ਕਥਾ ਵਿੱਚੋਂ ਪੰਚਮ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਰਾਗ ਬਸੰਤ ਵਿੱਚ ਜੋ ਵਾਰ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਬਸੰਤ ਕੀ ਵਾਰ ਵਿੱਚੋਂ 2 ਨੰਬਰ ਪੌੜੀ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ। ਕੁੱਲ 3 ਪੌੜੀਆਂ ਇਸ ਵਾਰ ਵਿੱਚ ਸਾਹਿਬ ਜੀ ਨੇ ਉਚਾਰਨ ਕੀਤੀਆਂ ਹਨ। ਕੱਲ੍ਹ ਦੇ ਸਮੇਂ ਅੰਦਰ ਪਹਿਲੀ ਪੌੜੀ ਦੀ ਵਿਚਾਰ ਆਪਾਂ ਸਾਂਝੀ ਕੀਤੀ ਤੇ ਕੁਝ ਵਾਰ ਦੇ ਸੰਬੰਧ ਵਿੱਚ ਵਿਚਾਰਾਂ ਸਾਂਝੀਆਂ ਕੀਤੀਆਂ ਸਨ ਕਿ 22 ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਖਜ਼ਾਨੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀਆਂ ਹਨ, ਜਿਨ੍ਹਾਂ 22 ਵਾਰਾਂ ਵਿੱਚੋਂ 21 ਵਾਰਾਂ ਗੁਰੂ ਸਾਹਿਬ ਜੀ ਦੀਆਂ ਆਪਣੀ ਰਸਨਾ ਤੋਂ ਉਚਾਰਨ ਕੀਤੀਆਂ ਹੋਈਆਂ ਤੇ ਇੱਕ ਵਾਰ ਸਤਿਗੁਰੂ ਜੀ ਦੇ ਦਰ ਘਰ ਦੇ ਕੀਰਤਨੀਏ ਭਾਈ ਸੱਤਾ ਤੇ ਬਲਵੰਡ ਜੀ, ਉਹਨਾਂ ਨੇ ਰਾਮਕਲੀ ਰਾਗ ਵਿੱਚ ਉਚਾਰਨ ਕੀਤੀ ਹੈ।
ਸਤਿਗੁਰੂ ਜੀ ਨੇ ਇਸ ਬਸੰਤ ਕੀ ਵਾਰ ਵਿੱਚ 3 ਪੌੜੀਆਂ ਦੇ ਸੁਮੇਲ ਅੰਦਰ ਕਿਰਪਾਲਤਾ ਕੀਤੀ। ਕਲ ਦੇ ਬਚਨ ਸਨ ਹਰ ਕਾ ਨਾਮ ਤੇ ਆਏ ਕੈ ਹੋ ਹਰਿਆ ਭਾਈ, ਕਰਮ ਲਿਖਨ ਤੈ ਪਾਈਏ ਇਹ ਰੁੱਤ ਸੁਹਾਈ। ਜਿਵੇਂ ਦਾਸ ਨੇ ਕੱਲ ਅਰਜ਼ ਕੀਤੀ, ਬਸੰਤ ਰਾਗ ਵੀ ਹੈ ਤੇ ਬਸੰਤ ਦੀ ਰੁੱਤ ਹੈ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਅੰਦਰ ਬਸੰਤ ਪਰਮਾਤਮਾ ਨੂੰ ਵੀ ਕਿਹਾ। ਬੜਾ ਪਿਆਰਾ ਬਚਨ ਹੈ ਬਾਣੀ ਦਾ, ਆਪ ਬਸੰਤ ਜਗਤ ਸਭ ਵਾੜੀ। ਉਹ ਨਿਰੰਕਾਰ ਆਪ ਬਸੰਤ ਹੈ ਤੇ ਸਾਰਾ ਹੀ ਸੰਸਾਰ ਉਸ ਬਸੰਤ ਵਿੱਚ, ਉਸ ਬਸੰਤ ਨਾਲ ਜੁੜ ਕੇ ਖਿੜਨ ਵਾਲੀ ਬਨਸਪਤੀ ਹੈ, ਵਾੜੀ ਹੈ। ਜਿਵੇਂ ਬਸੰਤ ਦੀ ਰੁੱਤ ਦਾ ਇੱਕ ਆਪਣਾ ਪ੍ਰਭਾਵ ਹੈ। 6 ਰੁੱਤਾਂ ਮੰਨੀਆਂ ਨੇ ਸਾਲ ਦੀਆਂ, ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਸੁਖਦਾਈ, ਆਨੰਦਮਈ, ਖੇੜੇ ਵਾਲੀ ਦੁਨੀਆ ਦੇ ਵਿਦਵਾਨ ਕਵੀਆਂ ਨੇ, ਗਾਇਕਾਂ ਨੇ, ਦਾਨੇ ਲੋਕਾਂ ਨੇ ਜਿਹਦਾ ਜ਼ਿਕਰ ਬਹੁਤ ਜ਼ਿਆਦਾ ਦੁਨੀਆ ਦੇ ਸਾਹਿਤ ਵਿੱਚ ਕੀਤਾ, ਉਹ ਬਸੰਤ ਦੀ ਰੁੱਤ ਹੀ ਹੈ। ਖੇੜੇ ਦੀ ਰੁੱਤ ਮੰਨੀ ਗਈ ਹੈ। ਸੁੱਕੀ ਹੋਈ ਬਨਸਪਤੀ ਖੇੜੇ ਵਿੱਚ ਆਉਂਦੀ ਹੈ, ਚਾਰੇ ਪਾਸੇ ਹਰਿਆਵਲ, ਹਰ ਇੱਕ ਪੱਖ ਤੋਂ ਇੱਕ ਆਨੰਦਮਈ ਮਾਹੌਲ, ਖਿੜਿਆ ਹੋਇਆ ਮਾਹੌਲ ਸੰਸਾਰ ਦਾ ਦਿਖਾਈ ਦਿੰਦਾ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਵੀ ਸਤਿਗੁਰੂ ਜੀ ਨੇ ਇਸ ਰੁੱਤ ਦਾ ਬਹੁਤ ਜ਼ਿਕਰ ਕੀਤਾ ਹੈ, ਇਸ ਰੁੱਤ ਦੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ। ਤੇ ਉਸ ਰੁੱਤ ਦੀਆਂ ਉਦਾਹਰਣਾਂ ਲੈ ਕੇ ਐਸੀ ਹੀ ਬਸੰਤ ਮਨੁੱਖ ਦੇ ਅੰਦਰ ਪੈਦਾ ਹੋ ਸਕੇ, ਐਸੀ ਭਾਵਨਾ ਗੁਰਬਾਣੀ ਵਿੱਚ ਸਾਹਿਬ ਨੇ ਪ੍ਰਗਟ ਕੀਤੀ। ਤਾਂ ਇਹ ਬਚਨ ਕਹੇ ਸਾਹਿਬ ਕਹਿੰਦੇ, ਨਾਨਕ ਤਿਨਾ ਬਸੰਤ ਹੈ। ਉੱਥੇ ਬਚਨ ਕਹੇ, ਜਿਨ ਘਰ ਵਸਿਆ ਕੰਤ। ਕੰਤ ਕਿਹਾ ਪਰਮਾਤਮਾ ਨੂੰ। ਸਾਹਿਬ ਕਹਿੰਦੇ ਜਿਵੇਂ ਬਾਹਰੀ ਤੌਰ ਤੇ ਬਸੰਤ ਦੀ ਰੁੱਤ ਖੇੜਾ ਪੈਦਾ ਕਰ ਦਿੰਦੀ ਹੈ, ਸੁਕੇਵਾਂ ਮੁੱਕ ਜਾਂਦਾ ਹੈ, ਬਨਸਪਤ ਹਰਿਆਵਲ ਵਿੱਚ ਆ ਜਾਂਦੀ ਹੈ, ਪੇੜ ਪੌਦੇ ਸਾਰੇ ਹਰੇ ਭਰੇ ਹੁੰਦੇ ਨੇ, ਪਸ਼ੂ ਪੰਛੀ ਸੁਖ ਮਾਣਦੇ ਨੇ। ਪਾਤਸ਼ਾਹ ਕਹਿੰਦੇ ਉਵੇਂ ਮਨੁੱਖੀ ਹਿਰਦੇ ਅੰਦਰ ਵੀ ਖੇੜਾ, ਚਾਓ, ਆਨੰਦ, ਜਿਨ੍ਹਾਂ ਚੀਜ਼ਾਂ ਦੀ ਆਸ ਵਿੱਚ ਸਾਰਾ ਜੀਵਨ ਮਨੁੱਖ ਲੱਗਿਆ ਰਹਿੰਦਾ। ਜਿੰਨੀ ਜ਼ਿੰਦਗੀ ਦੀ ਭੱਜ ਦੌੜ ਹੈ, ਇਸੇ ਪਿੱਛੇ ਹੀ ਹੈ ਦੁਨੀਆ ਅੰਦਰ ਰਹਿੰਦੇ ਆ ਜੀਵਨ ਸੁਖੀ ਹੋ ਜੇ। ਪਾਤਸ਼ਾਹ ਕਹਿੰਦੇ ਸਾਰਾ ਬਸੰਤ ਇਹ ਖੇੜਾ, ਇਹ ਚਾਓ ਅੰਦਰ ਪੈਦਾ ਹੋ ਸਕਦਾ ਉਹਨਾਂ ਹਿਰਦਿਆਂ ਵਿੱਚ ਜਿਨ੍ਹਾਂ ਦੀ ਸਾਂਝ ਇਸ ਬਸੰਤ ਦੇ ਮੂਲ, ਖੇੜੇ ਦੇ ਮੂਲ, ਆਨੰਦ ਦੇ ਸੋਮੇ ਪ੍ਰਮਾਤਮਾ ਨਾਲ ਬਣੀ ਰਵੇ, ਰੱਬੀ ਗੁਣਾਂ ਨਾਲ ਬਣੀ ਰਵੇ, ਚੰਗਿਆਈ ਨਾਲ ਬਣੀ ਰਵੇ, ਸ਼ੁਭ ਕਿਰਦਾਰ ਨੂੰ ਜੋ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਵੇ। ਨਾਨਕ ਤਿਨਾ ਬਸੰਤ ਹੈ। ਜਿਨ ਘਰ ਵਸਿਆ ਕੰਤ, ਅੱਗੇ ਕਿਹਾ ਜਿਨ ਕੇ ਕੰਤ ਦਿਸਾ ਪੁਰੀ, ਸੇ ਅਹਨਿਸ ਫਿਰੈ ਜਲੰਤ। ਜਿਨ੍ਹਾਂ ਹਿਰਦਿਆਂ ਵਿੱਚ ਰੱਬੀ ਯਾਦ ਨਹੀਂ, ਔਰ ਰੁੱਤ ਭਾਵੇਂ ਬਾਹਰੋਂ ਬਸੰਤ ਦੀ ਹੋਵੇ, ਅੰਦਰੋਂ ਸੜਦੇ ਹੀ ਨੇ ਸਦਾ। ਤੇ ਉਹ ਸਾੜਾ ਕਿਹੜਾ ਪੈਦਾ ਹੋ ਰਿਹਾ ਜੀਵਨ ਨੂੰ, ਜੋ ਸਾੜ ਰਿਹਾ, ਅੰਦਰੋਂ ਸੁਕਾ ਰਿਹਾ। ਅਗਲੀ ਪੌੜੀ ਅੰਦਰ ਸਤਿਗੁਰੂ ਨੇ ਉਹਦਾ ਜ਼ਿਕਰ ਕੀਤਾ ਹੈ ਤੇ ਬੜੇ ਪਿਆਰੇ ਬਚਨ ਬਖਸ਼ਿਸ਼ ਕੀਤੇ ਪੰਚਮ ਪਾਤਸ਼ਾਹ ਨੇ। ਸਾਹਿਬ ਕਹਿੰਦੇ ਪੰਜੇ ਬੱਧੇ ਮਹਾਬਲੀ, ਕਰ ਸੱਚਾ ਢੋਆ। ਪੰਜੇ ਬੱਧੇ, 5 ਸ਼ਬਦ ਜਿਹੜਾ ਗੁਰਬਾਣੀ ਵਿੱਚ ਇਹ ਵਿਕਾਰਾਂ ਲਈ ਵਰਤੇ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹ ਉਹ ਪ੍ਰਵਿਰਤੀਆਂ ਨੇ ਮਨੁੱਖੀ ਜੀਵਨ ਅੰਦਰ। ਸਤਿਗੁਰੂ ਦਾ ਇੱਕ ਬੜਾ ਕੀਮਤੀ ਬਚਨ ਗੁਰਬਾਣੀ ਵਿੱਚ ਹੈ ਕਿ 5 ਤੱਤਾਂ ਨਾਲ ਨਿਰੰਕਾਰ ਪ੍ਰਮਾਤਮਾ ਨੇ ਸਾਡਾ ਸਰੀਰ ਬਣਾਇਆ ਹੈ। ਧਰਤੀ, ਆਕਾਸ਼, ਮਿੱਟੀ, ਪਾਣੀ, ਇਹ ਸਾਰੇ ਤੱਤ ਨੇ ਜਿਨ੍ਹਾਂ ਵਿੱਚੋਂ ਕਾਇਆ ਸਿਰਜੀ ਗਏ, ਸਰੀਰ ਬਣੇ ਹੈ। ਉੱਥੇ ਹੀ ਇਸ ਸਰੀਰ ਦੀ ਬਣਤਰ ਦੇ ਨਾਲ ਹੀ ਇਸ ਮਨ ਅੰਦਰ 5 ਵਿਕਾਰ ਵੀ ਰੱਬ ਨੇ ਪੈਦਾ ਕਰ ਦਿੱਤੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਪ੍ਰਵਿਰਤੀਆਂ ਨੇ ਜੋ ਮਨੁੱਖੀ ਮਨ ਦੇ ਨਾਲ ਰਲ ਕੇ ਕੰਮ ਕਰਦੀਆਂ ਹਨ, ਸੁਭਾਅ ਨਾਲ ਰਲ ਕੇ ਕੰਮ ਕਰਦੀਆਂ ਨੇ। ਬੜਾ ਪਿਆਰਾ ਬਚਨ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਰ ਆਪੇ 5 ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਇਹਦੇ ਅਰਥ ਨੇ ਪ੍ਰਮਾਤਮਾ ਨੇ 5 ਤੱਤਾਂ ਦਾ ਵਿਸਥਾਰ ਕਰ ਦਿੱਤਾ, 5 ਤੱਤਾਂ ਨਾਲ ਸਰੀਰ ਬਣਾ ਦਿੱਤਾ, ਬਨਾਵਟ ਕਰ ਦਿੱਤੀ, ਵਿੱਚ ਧਾਤੂ ਪੰਚ ਆਪ ਪਾਵੇ। ਅਗਲੀ ਜਿਹੜੀ 5 ਗਿਣਤੀ ਹੈ ਉਹ ਵਿਕਾਰਾਂ ਲਈ ਹੈ। 5 ਧਾਤੂ, 5 ਵਿਕਾਰ ਵੀ ਰੱਬ ਦੇ ਪਾਏ ਹੋਏ ਨੇ।
ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੇ। ਹੁਣ ਇਹ ਵਿਕਾਰ ਪ੍ਰਮਾਤਮਾ ਨੇ ਜੀਵਨ ਵਿੱਚ ਪੈਦਾ ਕੀਤੇ ਤੇ ਇਹਨਾਂ ਦੀ ਜ਼ਰੂਰਤ ਸੀ, ਤਾਂ ਹੀ ਰੱਬ ਨੇ ਪੈਦਾ ਕੀਤੇ ਨੇ। ਗੁਰਬਾਣੀ ਕਹਿੰਦੀ ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਹੀਂ। ਪੂਰੇ ਪ੍ਰਮਾਤਮਾ ਨੇ ਜੋ ਬਣਾਇਆ ਉਹ ਪੂਰਾ ਹੈ, ਕੰਪਲੀਟ ਹੈ, ਸੰਪੂਰਨ ਹੈ। ਉਹਦੇ ਵਿੱਚ ਕੋਈ ਵਾਧਾ ਘਾਟਾ ਨਹੀਂ, ਉਹਦੇ ਵਿੱਚ ਕੋਈ ਖਾਮੀ ਪੇਸ਼ੀ ਨਹੀਂ। ਪਰ ਆਮ ਹੀ ਦੁਨੀਆ ਅੰਦਰ, ਧਰਮ ਦੀ ਦੁਨੀਆ ਅੰਦਰ ਇੱਕ ਵਿਚਾਰ ਕੀਤੀ ਜਾਂਦੀ ਕਿ ਪੰਜ ਵਿਕਾਰ ਬਾਹਰ ਕੱਢਣੇ, ਖਤਮ ਕਰਨੇ, ਮਾਰਨੇ ਹੀ ਅਸਲ ਜ਼ਿੰਦਗੀ ਦਾ ਮਕਸਦ ਹੈ, ਤਾਂ ਹੀ ਧਰਮੀ ਹੋਇਆ ਜਾ ਸਕਦਾ ਹੈ। ਪਰ ਗੁਰਬਾਣੀ ਨੇ ਪਹਿਲਾਂ ਇਹਨਾਂ ਦੀ ਫਿਲਾਸਫੀ ਸਮਝਾਈ ਕਿ ਜੇ ਬਣਾਏ ਰੱਬ ਨੇ, ਪ੍ਰਮਾਤਮਾ ਨੇ, ਤੇ ਮਨੁੱਖ ਕੋਲ ਕੀ ਤਾਕਤ ਇਹਨਾਂ ਪੰਜ ਵਿਕਾਰਾਂ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਕਰ ਸਕੇ, ਆਪਣੇ ਜੀਵਨ ਤੋਂ ਹਟਾ ਸਕੇ। ਗਰੀਬ ਨਿਵਾਜ ਪਾਤਸ਼ਾਹ ਨੇ ਇਹਨਾਂ ਪੰਜੇ ਵਿਕਾਰਾਂ ਦੀ ਬਹੁਤ ਗਹਿਰੀ, ਲੰਮੀ ਚੌੜੀ ਵਿਆਖਿਆ, ਔਰ ਵਾਰ-ਵਾਰ ਤੁਹਾਨੂੰ ਗੁਰਬਾਣੀ ਵਿੱਚੋਂ ਪੜ੍ਹਨ ਨੂੰ ਮਿਲੇਗੀ। ਇਹਨਾਂ ਦੇ ਦੁਸ਼ਟ ਪ੍ਰਭਾਵ ਦੀ ਗੱਲ ਕੀਤੀ, ਕਿਵੇਂ ਮਨੁੱਖੀ ਜੀਵਨ ਉੱਤੇ ਆਪਣਾ ਪ੍ਰਭਾਵ ਪਾਉਂਦੇ ਨੇ। ਫਿਰ ਇਹਨਾਂ ਵਿਕਾਰਾਂ ਨੂੰ ਕਾਬੂ ਕਿਵੇਂ ਕੀਤਾ ਜਾਏ, ਕਿਵੇਂ ਇਹਨਾਂ ਤੋਂ ਬਚਿਆ ਜਾਏ, ਉਹ ਵੀ ਜ਼ਿਕਰ ਗੁਰਬਾਣੀ ਵਿੱਚ ਲੰਮੀ ਚੌੜੀ ਵਿਆਖਿਆ ਵਿੱਚ ਸਤਿਗੁਰੂ ਨੇ ਸਾਡੀ ਝੋਲੀ ਪਾਇਆ। ਦੁੱਖ ਦੀ ਗੱਲ ਇੱਕ ਇਹ ਵੀ ਹੈ ਕਿ ਮਨੁੱਖ ਧਰਮ ਦੀ ਦੁਨੀਆ ਅੰਦਰ ਧਰਮ ਕਰਮ ਕਰਦਿਆਂ ਹੋਇਆਂ ਵੀ ਕਦੇ ਮਨ ਦੀਆਂ ਇਹਨਾਂ ਬੁਰਾਈਆਂ ਵਾਲੇ ਪਾਸੇ ਧਿਆਨ ਨਹੀਂ ਦਿੰਦਾ। ਧਰਮ ਦੇ ਕੰਮ ਵੀ ਦੁਨੀਆਵੀ ਮੰਗਾਂ ਤੋਂ ਸ਼ੁਰੂ ਹੁੰਦੇ ਨੇ ਤੇ ਦੁਨੀਆਵੀ ਮੰਗਾਂ ਉੱਤੇ ਜਾ ਕੇ ਖਤਮ ਹੋ ਜਾਂਦੇ ਆ। ਕਦੇ ਸੋਚਦਾ ਹੀ ਨਹੀਂ ਮੇਰੇ ਮਨ ਅੰਦਰ ਇਹ ਵਿਕਾਰ ਕਿੰਨੀ ਗੜਬੜੀ ਪੈਦਾ ਕਰ ਰਹੇ ਹੈ, ਅਸ਼ਾਂਤੀ ਪੈਦਾ ਕਰ ਰਹੇ ਹੈ, ਜੀਵਨ ਦਾ ਟਿਕਾਓ ਖੋਲਿਆ ਇਹਨਾਂ ਨੇ। ਸਗੋਂ ਜਦੋਂ ਵੀ ਗੁਰੂ ਕੋਲ ਆਉਂਦਾ, ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਕਰਦਾ, ਸ਼ਰਤਾਂ ਰੱਖ ਕੇ ਕਰਦਾ, ਇਹ ਕੰਮ ਧਰਮ ਦਾ ਕਰ ਲਈਏ ਤੇ ਇਹ ਮਿਲ ਜਾਏ, ਇਹ ਪ੍ਰਾਪਤੀ ਹੋ ਜੇ। ਬਸ ਇਹ ਦੋ ਗੱਲਾਂ ਜ਼ਿੰਦਗੀ ਅੰਦਰ ਜਿਹਨ ਵਿੱਚ ਮਨੁੱਖ ਦੇ ਚੱਲ ਰਹੀਆਂ ਨੇ, ਕੁਝ ਲੈਣਾ, ਕੁਝ ਦੇਣਾ ਤੇ ਕੁਝ ਲੈਣਾ। ਆਪਣੇ ਵੱਲੋਂ ਧਰਮ ਦਾ ਕਰਮ ਕਰ ਲੈਣਾ ਤੇ ਪ੍ਰਾਪਤੀ ਵਾਸਤੇ ਅਰਦਾਸ ਕਰ ਦੇਣੀ, ਬੇਨਤੀ ਕਰ ਦੇਣੀ। ਪਰ ਜਦੋਂ ਭਗਤਾਂ ਦੀਆਂ ਅਰਦਾਸਾਂ, ਭਗਤਾਂ ਦਾ ਜੀਵਨ, ਰੱਬੀ ਪਿਆਰਿਆਂ ਦਾ ਜੀਵਨ ਬਾਣੀ ਵਿੱਚੋਂ ਪੜ੍ਹਦੇ ਹਾਂ, ਇਤਿਹਾਸ ਵਿੱਚੋਂ ਪੜ੍ਹਦੇ ਹਾਂ, ਉਹਨਾਂ ਦੀ ਅਰਦਾਸ ਸਾਡੇ ਨਾਲੋਂ ਬਹੁਤ ਵੱਖਰੀ ਅਰਦਾਸ ਹੈ, ਨਿਵੇਕਲੀ ਅਰਦਾਸ ਹੈ। ਉਹ ਇਹਨਾਂ ਪੰਜ ਵਿਕਾਰਾਂ ਦੇ ਦੁਸ਼ਟ ਪ੍ਰਭਾਵ ਤੋਂ ਬਚਣ ਲਈ ਅਰਦਾਸਾਂ ਕਰਨਗੇ, ਉਹ ਰੱਬੀ ਗੁਣਾਂ ਦੀ ਮੰਗ ਲਈ ਅਰਦਾਸ ਕਰਨਗੇ, ਕਿਉਂਕਿ ਉਹਨਾਂ ਨੇ ਇੱਕ ਗੱਲ ਨੂੰ ਸਮਝ ਲਿਆ ਕਿ ਜੋ ਸੰਸਾਰ ਮੰਗ ਰਿਹਾ ਉਹ ਤਾਂ ਆਲਰੇਡੀ ਰੱਬ ਸਾਨੂੰ ਦੇ ਰਿਹਾ ਜੀਵਨ ਵਿੱਚ। ਅਸੀਂ ਹੋਰ ਮੰਗ ਰਹੇ ਹਾਂ, ਉਹਦੇ ਵਿੱਚ ਅਸੀਂ ਸੁਖੀ ਨਹੀਂ ਹਾਂ, ਦੁਖੀ ਦੁੱਖ ਪੈਦਾ ਹੋ ਰਹੇ ਨੇ। ਜਿਹੜੀ ਚੀਜ਼ ਅਸਲ ਸੁੱਖ ਦੇਣ ਵਾਲੀ ਹੈ, ਉਹ ਗੁਣ, ਉਹ ਚੰਗਿਆਈਆਂ, ਉਹ ਮਨ ਦਾ ਸਬਰ, ਸੰਤੋਖ, ਉਹਦੀ ਮੰਗ ਕਿਉਂ ਨਾ ਕੀਤੀ ਜਾਏ, ਉਹਦੀ ਜਾਚਨਾ ਕਿਉਂ ਨਾ ਕੀਤੀ ਜਾਏ। ਖੈਰ, ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਸਤਿਗੁਰੂ ਨੇ ਜਦੋਂ ਬਾਣੀ ਵਿੱਚ ਇਹਨਾਂ ਵਿਕਾਰਾਂ ਦੀ ਗੱਲ ਕੀਤੀ ਤਾਂ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਇਹਨਾਂ ਦੀ ਨੌਲੇਜ ਦਿੱਤੀ ਹੈ, ਗਿਆਨ ਦਿੱਤਾ। ਵਿਕਾਰ ਹੈਨ ਕੀ? ਇਹ ਸਰੀਰ ਦੀ ਜ਼ਰੂਰਤ ਹੈ। ਬੰਦੇ ਅੰਦਰ ਕਾਮ ਹੈ, ਕਾਮ ਵਾਸਨਾ ਪ੍ਰਮਾਤਮਾ ਨੇ ਸੰਸਾਰ ਦੀ ਉਤਪਤੀ ਲਈ ਪੈਦਾ ਕੀਤਾ। ਬੰਦੇ ਦੇ ਅੰਦਰ ਕ੍ਰੋਧ ਹੈ, ਬੰਦੇ ਦੇ ਅੰਦਰ ਲੋਭ ਦੀ ਵਿਰਤੀ ਹੈ, ਮੋਹ ਦੀ ਵਿਰਤੀ ਹੈ। ਤੁਸੀਂ ਅੰਦਾਜ਼ਾ ਲਾ ਕੇ ਵੇਖੋ, ਜੇ ਪ੍ਰਵਿਰਤੀਆਂ ਬਿਲਕੁਲ ਹੀ ਖਤਮ ਹੋ ਜਾਣ, ਜੀਵਨ ਵਿੱਚੋਂ ਨਾਸ਼ ਹੋ ਜਾਣ, ਬੰਦੇ ਅੰਦਰ ਮੋਹ ਹੀ ਨਾ ਰਹੇ, ਬਿਲਕੁਲ ਵੀ ਮੋਹ ਨਾ ਰਹੇ, ਤੇ ਕੀ ਬੰਦਾ ਕਿਰਤੀ ਰਹਿ ਜਾਏਗਾ? ਅੰਦਰ ਮੋਹ ਦਾ ਇੱਕ ਚਿਣਕਾ ਹੈ, ਮੈਂ ਆਪਣੇ ਲਈ ਕੁਝ ਕਰਾਂ, ਮੈਂ ਆਪਣੇ ਲਈ ਕੁਝ ਕਰਾਂ, ਤੇ ਬੰਦਾ ਸਵੇਰੇ ਉੱਠਦਾ, ਕੰਮ ਤੇ ਜਾਂਦਾ, ਮਿਹਨਤ ਕਰਦਾ। ਇੱਕ ਮੋਹ ਦੀ ਤੰਦ ਨੂੰ ਖਿੱਚ ਰਹੀ ਹੈ ਕਿ ਮੇਰੇ ਬੱਚੇ ਚੰਗੇ ਸਕੂਲ ਵਿੱਚ ਤਾਂ ਪੜ੍ਹ ਸਕਣਗੇ ਜੇ ਮੈਂ ਮਿਹਨਤ ਕਰਾਂ, ਮਸ਼ੱਕਤ ਕਰਾਂ, ਕਿਰਤ ਕਰਾਂ, ਕੁਝ ਕਮਾ ਕੇ ਲਿਆਵਾਂ, ਫੀਸ ਭਰਾਂ ਬੱਚਿਆਂ ਦੀ। ਮੋਹ ਕਿਰਤ ਕਰਨ ਲਈ ਪ੍ਰੇਰਣਾ ਕਰ ਰਿਹਾ ਹੈ, ਮੋਹ ਕਿਰਤ ਕਰਨ ਵਾਸਤੇ ਤੋਰ ਰਿਹਾ ਮਨੁੱਖ ਨੂੰ। ਲੋਭ, ਉਵੇਂ ਅਹੰਕਾਰ ਜਿਹੜਾ ਸਵੈਮਾਨ ਦੇ ਰੂਪ ਵਿੱਚ ਹੈ। ਜੇ ਅਹੰਕਾਰ ਬਿਲਕੁਲ ਹੀ ਜੀਵਨ ਵਿੱਚੋਂ ਮਿਟ ਜੇ ਤੇ ਬੰਦੇ ਦੀ ਅਣਖ ਖਤਮ ਹੋ ਜਾਏਗੀ, ਬੰਦੇ ਦਾ ਵਜੂਦ ਮੁੱਕ ਜਾਏਗਾ। ਆਪਣੀ ਆਇਡੈਂਟੀ ਪੇਸ਼ ਕਰਨੀ, ਆਪਣੀ ਪਛਾਣ ਕਰਵਾਉਣੀ ਦੂਜੇ ਦੇ ਸਾਹਮਣੇ, ਅਹੰਕਾਰ ਦਾ ਇੱਕ ਰੂਪ ਹੈ ਕਿ ਦੁਨੀਆ ਦੇ ਤਖਤੇ ਤੇ ਮੈਂ ਵੀ ਮਨੁੱਖੀ ਜੀਵਨ ਲੈ ਕੇ ਜੀ ਰਿਹਾ ਹਾਂ। ਹੁਣ ਸਮਝਣ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਦੁਨੀਆ ਅੰਦਰ ਕੋਈ ਵੀ ਚੀਜ਼ ਜਦੋਂ ਇੱਕ ਸੀਮਾ ਤੋਂ ਬਾਹਰ ਹੋ ਕੇ ਵਿਚਰਦੀ ਹੈ ਤੇ ਉਹ ਦੁੱਖ ਦਿੰਦੀ ਹੈ। ਗੱਲ ਇੱਥੇ ਆ ਕੇ ਰੁਕਦੀ। ਪਾਣੀ ਜੇ ਦਰਿਆ ਦੇ ਕਿਨਾਰਿਆਂ ਵਿੱਚ ਹੈ ਤੇ ਲੋਕ ਬਹੁਤ ਪਿਆਰ ਨਾਲ ਉਹ ਨਜ਼ਾਰਾ ਦੇਖਣ ਜਾਂਦੇ ਹੈ,
ਸੁੱਖ ਦਿੰਦਾ ਹੈ, ਲੋਕਾਂ ਦੇ ਇੱਕ ਖੇੜੇ ਦਾ ਕੇਂਦਰ ਬਣ ਜਾਂਦਾ ਹੈ, ਖੁਸ਼ੀ ਦਾ ਕੇਂਦਰ ਬਣ ਜਾਂਦਾ ਹੈ। ਪਰ ਖਿਆਲ ਕਰਿਓ, ਉਹੀ ਪਾਣੀ ਜਦੋਂ ਦਰਿਆ ਦੇ ਕਿਨਾਰੇ ਨੂੰ ਕ੍ਰੋਸ ਕਰ ਜੇ, ਬਾਹਰ ਹੋ ਜੇ, ਬਾਲ ਦਾ ਰੂਪ ਧਾਰਨ ਕਰ ਜੇ, ਤੇ ਉਹੀ ਪਾਣੀ ਫਿਰ ਤਬਾਹੀ ਪੈਦਾ ਕਰਦਾ ਹੈ, ਘਰ ਉਜਾੜਦਾ ਹੈ, ਉਜਾੜੇ ਪੈਦਾ ਕਰ ਦਿੰਦਾ ਹੈ। ਜਦੋਂ ਤੱਕ ਮਰਿਆਦਾ ਵਿੱਚ ਹੈ, ਜਦੋਂ ਤੱਕ ਸਿਸਟਮ ਵਿੱਚ ਹੈ, ਕੰਟਰੋਲ ਵਿੱਚ ਹੈ, ਉਦੋਂ ਤੱਕ ਬੜਾ ਵਧੀਆ ਚੱਲ ਰਿਹਾ ਸਾਰਾ ਕੁਝ। ਕਿੰਨੀਆਂ ਗੱਲਾਂ ਨੇ ਸੰਸਾਰ ਦੀਆਂ ਇਵੇਂ ਦੀਆਂ। ਅੱਗ ਸਾਡੇ ਘਰ ਵਿੱਚ ਬਲਦੀ ਹੈ, ਚੁੱਲ੍ਹੇ ਤੱਕ ਸੀਮਿਤ ਹੈ, ਰੋਟੀ ਬਣਦੀ ਅਸੀਂ ਖਾਂਦੇ ਹਾਂ। ਖਿਆਲ ਕਰਿਓ, ਪਰ ਉਹੀ ਅੱਗ ਜਦੋਂ ਚੁੱਲ੍ਹੇ ਤੋਂ ਬਾਹਰ ਆ ਜੇ, ਕਿਸੇ ਘਰ ਨੂੰ ਹੀ ਲੱਗ ਜੇ, ਤੇ ਸਾਰਾ ਕੁਝ ਸਾੜ ਕੇ ਸਵਾਹ ਕਰ ਦਿੰਦੀ, ਖਤਮ ਕਰ ਦਿੰਦੀ, ਨਾਸ਼ ਕਰ ਦਿੰਦੀ। ਇਨ ਬਿਨ ਕੇ ਕੋਈ ਚੰਗੀ ਚੀਜ਼ ਜਿਹੜੀ ਤੁਹਾਡੀ ਸਿਹਤ ਨੂੰ ਕਾਮਯਾਬ ਰੱਖ ਰਹੀ ਹੈ, ਪਰ ਉਹਨੂੰ ਸੀਮਾ ਤੋਂ ਵੱਧ ਤੁਸੀਂ ਖਾ ਲਓ ਤੇ ਉਹੀ ਰੋਗ ਬਣ ਜਾਂਦੀ ਹੈ, ਦੁੱਖ ਦਾ ਕਾਰਨ ਪੈਦਾ ਕਰ ਦਿੰਦੀ। ਬਸ ਇੰਨੀ ਕੁ ਗੱਲ ਸਤਿਗੁਰੂ ਬਾਣੀ ਵਿੱਚ ਸਮਝਾਉਂਦੇ। 5 ਵਿਕਾਰ ਜੀਵਨ ਦੀ ਜ਼ਰੂਰਤ ਸਨ, ਰੱਬ ਨੇ 5 ਤੱਤਾਂ ਦੇ ਨਾਲ ਹੀ ਸਰੀਰ ਵਿੱਚ ਪੈਦਾ ਕਰ ਦਿੱਤੇ। ਕਾਮ ਦੀ ਜ਼ਰੂਰਤ ਸੀ, ਕ੍ਰੋਧ ਦੀ ਜ਼ਰੂਰਤ ਸੀ, ਲੋਭ ਦੀ ਜ਼ਰੂਰਤ ਸੀ। ਪਰ ਜਦੋਂ ਇਹ ਆਪਣੀ ਸੀਮਾ ਤੋਂ ਬਾਹਰ ਹੁੰਦੇ ਨੇ, ਵਧਿਆ ਹੋਇਆ ਲਾਲਚ ਦੁਖਦਾਈ ਹੈ, ਵਧੀ ਹੋਈ ਕਾਮ ਵਾਸਨਾ ਮਨੁੱਖ ਦੇ ਅੰਦਰ ਕੰਟਰੋਲ ਤੋਂ ਬਾਹਰ ਜਿਹੜੀ ਹੈ, ਉਹ ਆਪ ਲਈ ਵੀ ਦੁਖਦਾਈ ਹੈ, ਸਮਾਜ ਲਈ ਵੀ। ਬੇਵਿਚਾਰੀ ਮਨੁੱਖ ਪੈਦਾ ਕਰੇਗੀ, ਬੇਵਿਚਾਰੀ ਮਨੁੱਖ ਸੰਸਾਰ ਅੰਦਰ ਖੁਆਰੀ ਪੈਦਾ ਕਰੇਗਾ, ਕਿਸੇ ਦੀ ਇੱਜ਼ਤ ਵੱਲ ਦੇਖਣਾ। ਲੋਭੀ ਮਨੁੱਖ, ਲਾਲਚ ਨਾਲ ਲਿਬੜਿਆ ਹੋਇਆ ਮਨੁੱਖ ਜਿੱਥੇ ਆਪ ਖੁਆਰ ਹੋਏਗਾ, ਉਹ ਕਿਸੇ ਨੂੰ ਲੁੱਟ ਕੇ ਕਿਸੇ ਦੂਜੇ ਨੂੰ ਵੀ ਦੁੱਖ ਦੇ ਰਿਹਾ, ਕਿਉਂਕਿ ਸੀਮਾ ਕ੍ਰੋਸ ਕਰ ਚੁੱਕੇ ਨੇ। ਦੇਖੋ ਨਾ, ਸਾਡੀ ਬਾਡੀ ਦਾ ਇੱਕ ਟੈਂਪਰੇਚਰ ਫਿਕਸ ਹੈ, ਪ੍ਰਕਿਰਤੀ ਦੇ ਅਨੁਕੂਲ। ਜਦੋਂ ਥੋੜ੍ਹਾ ਜਿਹਾ ਵੱਧਦਾ, ਅਸੀਂ ਡਾਕਟਰ ਕੋਲ ਭੱਜਦੇ ਹਾਂ, ਬੁਖਾਰ ਹੋ ਗਿਆ ਜੀ। ਜੇ ਉਹ ਘਟ ਜਾਂਦਾ ਤਾਂ ਵੀ ਉਹ ਦੁਖਦਾਈ ਹੈ। ਸ਼ੂਗਰ ਬੈਲੈਂਸ ਰਹੇ ਸਰੀਰ ਵਿੱਚ, ਬੰਦਾ ਬੜਾ ਤੰਦਰੁਸਤ ਤੁਰਿਆ ਫਿਰਦਾ ਹੈ। ਥੋੜ੍ਹੀ ਜਿਹੀ ਵੱਧ ਜੇ ਤਾਂ ਵੀ ਔਖਾ ਹੋ ਜਾਂਦਾ, ਥੋੜ੍ਹੀ ਜਿਹੀ ਘਟ ਜੇ ਤਾਂ ਵੀ ਮੁਸ਼ਕਲ ਹੋ ਜਾਂਦੀ ਹੈ। ਹਰ ਇੱਕ ਚੀਜ਼ ਇੱਕ ਮਰਿਆਦਾ ਵਿੱਚ ਤੁਰਦੀ ਹੈ, ਸਿਸਟਮ ਵਿੱਚ ਤੁਰਦੀ ਹੈ, ਪ੍ਰਕਿਰਤੀ ਦੇ ਅਨੁਕੂਲ ਹੋ ਕੇ ਤੁਰਦੀ ਹੈ, ਤੇ ਸੁੱਖ ਹੀ ਸੁੱਖ ਦਿੰਦੀ ਹੈ। ਅਨਲਿਮਿਟੇਡ ਹੋ ਕੇ, ਵੱਧ ਤ੍ਰਿਸ਼ਨਾਲੂ ਹੋ ਕੇ, ਤੇ ਖਾਧਾ ਹੋਇਆ ਅੰਮ੍ਰਿਤ ਵੀ ਜ਼ਹਿਰ ਬਣ ਜਾਂਦਾ ਮਨੁੱਖ ਲਈ, ਮੌਤ ਦਾ ਕਾਰਨ ਬਣ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਸਭ ਤੋਂ ਪਹਿਲੀ ਗੱਲ ਤਾਂ 5 ਵਿਕਾਰ ਖਤਮ ਨਹੀਂ ਕੀਤੇ ਜਾ ਸਕਦੇ। ਜੇ ਖਤਮ ਕਰਨੇ ਸਨ ਤੇ ਰੱਬ ਨੇ ਬਣਾਉਣੇ ਨਹੀਂ ਸਨ, ਪੈਦਾ ਕੀਤੇ ਨੇ। ਹਾਂ, ਇਹਨਾਂ ਨੂੰ ਮਰਿਆਦਾ ਵਿੱਚ ਰੱਖਿਆ ਜਾ ਸਕਦਾ ਹੈ। ਉਹ ਕਿਵੇਂ? ਗੁਰੂ ਗਿਆਨ ਦੇ ਰਾਹੀਂ, ਗੁਰੂ ਕਿਰਪਾ ਦੇ ਰਾਹੀਂ, ਗੁਰੂ ਬਖਸ਼ਿਸ਼ ਦੇ ਰਾਹੀਂ। ਤੇ ਉਹ ਕਿਵੇਂ ਕੀਤਾ ਗਿਆ? ਉਹ ਇਤਿਹਾਸਕ ਪੱਖ ਸਾਡੇ ਸਾਹਮਣੇ ਕਿੰਨਾ ਪਿਆਰਾ, ਸਾਰਾ ਇਤਿਹਾਸ ਹੀ ਸਿੱਖਾਂ ਦਾ, ਗੁਰੂ ਸਾਹਿਬ ਦਾ ਅਸੀਂ ਪੜ੍ਹਦੇ ਹਾਂ। ਉਹਨਾਂ ਨੇ ਕਿਵੇਂ ਇਹਨੂੰ ਮਰਿਆਦਾ ਵਿੱਚ ਰੱਖਿਆ, ਕੰਟਰੋਲ ਵਿੱਚ ਰੱਖਿਆ। ਸਾਰੇ ਗੁਰੂ ਸਾਹਿਬਾਨ ਸਾਡੇ ਗ੍ਰਸਤੀ ਨੇ। ਗੁਰੂ ਨਾਨਕ ਸਾਹਿਬ ਦੇ 2 ਪੁੱਤਰ, ਗੁਰੂ ਅੰਗਦ ਸਾਹਿਬ ਦੇ ਵੀ 2 ਪੁੱਤਰ, ਗੁਰੂ ਅਮਰਦਾਸ ਜੀ ਦੇ ਵੀ 2 ਪੁੱਤਰ। ਪਰ ਜਦੋਂ ਉਹਨਾਂ ਦੇ ਆਚਰਣ ਦੀ ਉਦਾਹਰਣ ਅਸੀਂ ਸੰਸਾਰ ਦੇ ਸਾਹਮਣੇ ਪੇਸ਼ ਕਰਦੇ ਤੇ ਕਿੱਡਾ ਉੱਚਾ ਮਿਆਰ ਹੈ, ਕਿਰਦਾਰ ਹੈ ਜ਼ਿੰਦਗੀ ਦਾ। ਇੱਕ ਉਦਾਹਰਣ ਬੜੀ ਪਿਆਰੀ ਇਤਿਹਾਸ ਦੀ ਹੈ ਕਿ ਸਮੇਂ ਦਾ ਬਾਦਸ਼ਾਹ ਜਹਾਂਗੀਰ ਆਪਣੀ ਬੇਟੀ ਦੀ ਉਮਰ ਦੀ ਨੂਰ ਜਹਾਂ ਨੂੰ ਉਹਦਾ ਪਤੀ ਮਰਵਾ ਕੇ ਤੇ ਆਪਣੇ ਨਾਲ ਨਿਕਾਹ ਕੀਤਾ ਉਹਨੇ, ਰਾਜਾ ਬਾਦਸ਼ਾਹ ਬਣਨ ਤੋਂ ਬਾਅਦ। ਉਹ ਸ਼ਾਦੀशुदा ਸੀ, ਪਿਤਾ ਨੂੰ ਪਹਿਲਾਂ ਮਰਵਾਇਆ, ਆਪਣੇ ਨਾਲ ਨਿਕਾਹ ਕੀਤਾ, ਉਹਦੀ ਬੇਟੀ ਦੀ ਉਮਰ ਦੀ ਆ। ਪਰ ਉਹੀ ਨੂਰ ਜਹਾਂ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਈ, ਉਹ ਹਮ ਉਮਰ ਹੈ ਸਤਿਗੁਰੂ ਦੀ। ਪਰ ਗੁਰੂ ਸਾਹਿਬ ਉਹਦੇ ਰੂਪ ਰੰਗ ਨੂੰ ਦੇਖ ਕੇ ਕਹਿੰਦੇ, ਐਸਾ ਸ਼ਿੰਗਾਰ ਕਰ ਪੁੱਤਰੀ ਪਾਏ ਖੁਦਾਏ। ਇਹ ਪੁੱਤਰੀ, ਜਿਵੇਂ ਦਾ ਸ਼ਿੰਗਾਰ ਬਾਹਰੀ ਕੀਤਾ, ਸਰੀਰ ਦੀ ਸੁੰਦਰਤਾ ਵਧਾ ਰਿਹਾ, ਕਿਤੇ ਮਨ ਦਾ ਵੀ ਉਹ ਗੁਣਾਂ ਦਾ ਸ਼ਿੰਗਾਰ ਕਰ ਲਵੇਂ ਕਿ ਤੂੰ ਮਨ ਕਰਕੇ ਰੱਬ ਦੇ ਨੇੜੇ ਹੋ ਜਾਏ, ਅੱਲਾਹ ਦੇ ਨੇੜੇ ਹੋ ਜਾਏ, ਖੁਦਾ ਦੇ ਨੇੜੇ ਹੋ ਜਾਏ। ਤੇ ਹੁਣ ਦੋਵੇਂ ਕਿਰਦਾਰਾਂ ਵਿੱਚ ਕਿੰਨਾ ਫਰਕ ਹੈ। ਇੱਕ ਪਾਸੇ ਹਮ ਉਮਰ ਨੂੰ ਵੀ ਸਾਹਿਬ ਕਹਿੰਦੇ ਐਸਾ ਸ਼ਿੰਗਾਰ ਕਰ, ਪੁੱਤਰੀ ਸ਼ਬਦ ਵਰਤਿਆ ਉੱਥੇ, ਪੁੱਤਰੀ ਪਾਏ ਖੁਦਾਏ। ਪਰ ਦੂਜੇ ਪਾਸੇ ਆਹੀ ਗੱਲ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਖਲੋ ਕੇ ਗੁਰੂ ਘਰ ਦੇ ਕੀਰਤਨੀਏ ਨੱਥਾ ਤੇ ਅਬਦੁੱਲਾ ਨੇ ਕਹੀ ਸੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੇਰੀ ਪੱਗ ਉਹਦੇ ਸਾਹਮਣੇ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੀ ਪੱਗ ਵੀ ਫਿੱਕੀ ਹੈ, ਕੋਈ ਉਹਦੀ ਟੌਰ ਨਹੀਂ ਹੈ। ਹੁਣ ਪੱਗ ਦਾ ਅਰਥ ਇਕੱਲਾ ਇਹ ਨਹੀਂ ਰਹਿ ਜਾਂਦਾ ਕਿ ਕਿਸੇ ਪੱਗ ਦੇ ਦਸਤਾਰ ਦੇ ਕੱਪੜੇ ਦੀ ਗੱਲ ਚੱਲ ਰਹੀ ਹੈ। ਉਹ ਤੇ ਸਮੇਂ ਦਾ ਬਾਦਸ਼ਾਹ ਹੋਰ ਮਹਿੰਗੀ ਬਣਦਾ ਹੋਏਗਾ। ਪੱਗ ਦਾ ਆਖਰੀ ਅਰਥ ਹੁੰਦਾ ਕਿਰਦਾਰ, ਆਚਰਣ। ਜੋ ਤੇਰਾ ਆਚਰਣ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹ ਆਚਰਣ ਸਮੇਂ ਦੇ ਬਾਦਸ਼ਾਹ ਦਾ ਨਹੀਂ ਹੈ,
ਉਹ ਤੇਰੇ ਬਰਾਬਰ ਕੁਝ ਵੀ ਨਹੀਂ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਵਿਕਾਰ 5 ਨੇ ਮਨੁੱਖੀ ਜੀਵਨ ਨੂੰ ਸਤਾ ਰਹੇ ਹਨ, ਤੰਗ ਕਰ ਰਹੇ ਨੇ, ਕਿਉਂਕਿ ਮਨੁੱਖ ਨੇ ਇਹਨਾਂ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਅੰਦਰ ਇਹਨਾਂ ਦੀ ਪ੍ਰਵਿਰਤੀ ਨੂੰ ਬਹੁਤ ਜ਼ਿਆਦਾ ਵਧਾ ਲਿਆ ਹੈ। ਫੋਰ ਐਗਜ਼ਾਮਪਲ ਅਸੀਂ ਦੁਨੀਆ ਵਿੱਚ ਦੇਖਦੇ ਹਾਂ, ਬੰਦਾ ਮਿਹਨਤ ਕਰ ਰਿਹਾ, ਮਸ਼ੱਕਤ ਕਰ ਰਿਹਾ, ਬੱਚਿਆਂ ਦਾ ਮੋਹ ਹੈ ਅੰਦਰ, ਕਹਿੰਦਾ ਮੈਂ ਚੰਗੇ ਸਕੂਲ ਵਿੱਚ ਪੜ੍ਹਾਉਣੇ ਨੇ, ਬੜੀ ਚੰਗੀ ਗੱਲ ਹੈ ਉੱਥੋਂ ਤੱਕ, ਔਰ ਸ਼ੁਭ ਵਿਚਾਰ ਨੇ, ਹਰ ਇੱਕ ਬੰਦੇ ਨੂੰ ਚਾਹੀਦਾ। ਪਰ ਜਦੋਂ ਮਨੁੱਖ ਮੋਹ ਵਿੱਚ ਫਸਿਆ ਹੋਇਆ ਇਹ ਚਾਹੁੰਦਾ ਵੀ ਕਿਸੇ ਦੂਜੇ ਦੇ ਬੱਚੇ ਨੂੰ ਪਿੱਛੇ ਕਰਕੇ ਮੇਰਾ ਬੱਚਾ ਅੱਗੇ ਨਿਕਲ ਜੇ, ਫਿਰ ਸਮਝੋ ਮੋਹ ਜਿਹੜਾ ਆਪਣੀ ਸੀਮਾ ਤੋਂ ਬਾਹਰ ਹੋ ਚੁੱਕਿਆ ਹੈ। ਕਿਸੇ ਦੂਜੇ ਨੂੰ ਦੁੱਖ ਦੇ ਕੇ ਆਪਣੇ ਘਰ ਵਿੱਚ ਸੁੱਖ, ਹਾਂ ਤੇਰਾ ਪੜ੍ਹੇ ਮਿਹਨਤ ਕਰਕੇ ਅੱਗੇ ਜਾਏ, ਬੜੀ ਮੁਬਾਰਕ ਗੱਲ ਹੈ। ਗੁਰੂ ਕਹਿੰਦੇ ਉੱਥੋਂ ਤੱਕ ਕੋਈ ਪ੍ਰੋਬਲਮ ਨਹੀਂ, ਕੋਈ ਪਰੇਸ਼ਾਨੀ ਨਹੀਂ, ਤੂੰ ਆਪਣੇ ਲਈ ਦਿਨ ਰਾਤ ਮਿਹਨਤ ਕਰੇ, ਪੜ੍ਹਾਏ, ਚੰਗੀ ਗੱਲ ਹੈ। ਪਰ ਜਦੋਂ ਰਿਸ਼ਵਤ ਦੇ ਕੇ ਦੂਜੇ ਦਾ ਹੱਕ ਖੋਹ ਕੇ ਆਪਣੇ ਬੱਚੇ ਦੇ ਮੂੰਹ ਵਿੱਚ ਪਾਉਣਾ ਚਾਹੁੰਦਾ, ਫਿਰ ਤੇਰਾ ਲੋਭ ਜਿਹੜਾ ਵੱਧ ਗਿਆ, ਸੀਮਾ ਵਿੱਚ ਨਹੀਂ ਰਿਹਾ। ਉਹ ਸਮਾਜ ਅੰਦਰ ਘਿਰਣਾ ਪੈਦਾ ਕਰ ਰਿਹਾ, ਦੁੱਖ ਪੈਦਾ ਕਰ ਰਿਹਾ, ਬੁਰਿਆਈ ਖੜੀ ਕਰ ਰਿਹਾ ਦੁਨੀਆ ਅੰਦਰ, ਤੇ ਇਹ ਵਿਕਾਰ ਦਾ ਰੂਪ ਲੈ ਚੁੱਕਿਆ, ਹੁਣ ਬੁਰਿਆਈ ਦਾ ਰੂਪ ਲੈ ਚੁੱਕਿਆ। ਸਤਿਗੁਰੂ ਉਹਨਾਂ ਵਿਕਾਰਾਂ ਦੀ ਗੱਲ ਗੁਰਬਾਣੀ ਵਿੱਚ ਕਰਦੇ ਨੇ, ਉਹਨਾਂ ਵਿਕਾਰਾਂ ਲਈ ਹੀ ਅਰਦਾਸਾਂ ਕੀਤੀਆਂ ਗਈਆਂ। ਗਰੀਬ ਨਿਵਾਜ ਪਾਤਸ਼ਾਹ ਦੇ ਕਿੰਨੇ ਪਿਆਰੇ ਬਚਨ ਪੜ੍ਹਦੇ ਆ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਹੇ ਮੇਰੇ ਗੁਰੂ, ਮੇਰੇ ਉੱਤੇ ਕਿਰਪਾ ਕਰ, ਇਹ ਮੇਰੀ ਜ਼ਿੰਦਗੀ ਵਿੱਚ ਇਹਨਾਂ ਦਾ ਵਧਿਆ ਹੋਇਆ ਜਿਹੜਾ ਰੂਪ ਹੈ ਨਾ, ਉਹ ਖਤਮ ਹੋ ਜੇ, ਇੱਕ ਸੀਮਾ ਵਿੱਚ ਆ ਜਾਣ, ਦਾਇਰੇ ਵਿੱਚ ਆ ਜਾਣ। ਇਹ ਮੈਨੂੰ ਬਹੁਤ ਸਤਾਉਂਦੇ ਨੇ, ਪੰਚ ਦੂਤ ਮੋਏ ਬਹੁਤ ਸੰਤਾਵਤ, ਭਗਤਾਂ ਨੇ ਅਰਦਾਸ ਕੀਤੀ ਤੇ ਭਿਆਨਕ ਪਿਆ। ਅੱਜ ਦੇ ਸ਼ਬਦ ਅੰਦਰ, ਪੌੜੀ ਅੰਦਰ ਸਤਿਗੁਰੂ ਉਹੀ ਗੱਲ ਕਰਦੇ, ਕਹਿੰਦੇ ਪੰਜੇ ਬੱਧੇ ਮਹਾਬਲੀ, ਇਹਨਾਂ ਨੂੰ ਬੜੇ ਤਾਕਤਵਰ ਕਿਹਾ, ਕਿਉਂਕਿ ਤਾਕਤ ਬਹੁਤ ਹੈ ਇਹਨਾਂ ਦੀ। ਮਨੁੱਖ ਨੂੰ ਆਪਣੇ ਕਾਬੂ ਵਿੱਚ ਹਮੇਸ਼ਾ ਹੀ ਰੱਖਣਾ ਚਾਹੁੰਦੇ ਨੇ। ਕਦੇ ਕਾਮ ਹਮਲਾ ਕਰਦਾ ਹੈ, ਕਦੇ ਕ੍ਰੋਧ ਹਮਲਾ ਕਰਦਾ ਹੈ। ਰੋਜ਼ ਬਚਨ ਪੜ੍ਹਦੇ ਹੋ ਬਾਣੀ ਦੇ, ਸਤਿਗੁਰੂ ਕਹਿੰਦੇ ਆ ਸਾਰਾ ਸੰਸਾਰ ਜਿਹੜਾ ਨਾ ਇੱਕ ਸਮੁੰਦਰ ਦੀ ਨਿਆਈ ਲੱਗਦਾ ਮੈਨੂੰ। ਜਿਵੇਂ ਸਮੁੰਦਰ ਵਿੱਚ ਪਾਣੀ ਹੈ, ਤੇ ਪਾਣੀ ਇਕੱਲਾ ਪਾਣੀ ਨਹੀਂ, ਉੱਥੇ ਲਹਿਰਾਂ ਵੀ ਉੱਠਦੀਆਂ ਨੇ, ਪਤਾ ਨਹੀਂ ਕਿਸ ਵੇਲੇ ਕਿਹੜੀ ਲਹਿਰ ਆ ਜਾਏ, ਕਿਸ ਪਾਸਿਓਂ ਆ ਜਾਏ, ਪਤਾ ਹੀ ਨਹੀਂ ਲੱਗਦਾ। ਗੁਰੂ ਕਹਿੰਦੇ ਸੰਸਾਰ ਸਮੁੰਦਰ ਹੈ, ਤੇ ਲਹਿਰਾਂ ਨੇ ਵਿਕਾਰਾਂ ਦੀਆਂ, ਕਾਮ ਦੀਆਂ, ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ। ਔਰ ਮੈਂ ਰੋਜ਼ ਦੇਖਦਾ ਦੁਨੀਆ ਦੇ ਮਨੁੱਖ ਇਹਨਾਂ ਲਹਿਰਾਂ ਦੀ ਚਪੇੜ ਵਿੱਚ ਆ ਕੇ ਸੰਸਾਰ ਸਮੁੰਦਰ ਵਿੱਚ ਡੁੱਬ ਰਹੇ ਨੇ। ਕੋਈ ਕਾਮ ਵਿੱਚ ਡੁੱਬ ਜਾਂਦਾ ਹੈ, ਕੋਈ ਕ੍ਰੋਧ ਵਸ ਹੋ ਕੇ, ਕੋਈ ਲੋਭ ਲਾਲਚ ਵਿੱਚ ਡੁੱਬ ਜਾਂਦਾ ਹੈ। ਬੰਦੇ ਦਾ ਕਿਰਦਾਰ, ਕਿੰਨੀ ਪੂਰੀ ਜ਼ਿੰਦਗੀ ਦੀ ਕੀਤੀ ਕਮਾਈ, ਮਿਹਨਤ, ਖੱਟਿਆ ਹੋਇਆ ਸਤਕਾਰ, ਕਮਾਇਆ ਹੋਇਆ ਸੰਸਾਰਿਕ ਰੁਤਬਾ, ਇੱਕ ਪਲ ਵਿੱਚ ਹੀ ਖੂਹ ਖਾਤੇ ਪੈ ਜਾਂਦਾ ਸਾਰਾ ਕੁਝ। ਬੜਾ ਪਿਆਰਾ ਬਚਨ ਰੋਜ਼ ਪੜ੍ਹਦੇ ਹੋ ਤੁਸੀਂ, ਤਿਤ ਸਰਵਰਣ ਹੈ ਭਈਲੇ ਨਿਵਾਸਾ, ਉਸ ਸਰੋਵਰ ਵਿੱਚ ਸਾਡਾ ਵਸੇਵਾ ਹੈ। ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚੱਲ। ਇੱਥੇ ਵਿਕਾਰਾਂ ਦਾ ਚਿੱਕੜ ਭਰਿਆ ਹੋਇਆ ਤੇ ਮੇਰੇ ਪੈਰ ਨਹੀਂ ਚੱਲਦੇ। ਸਤਿਗੁਰੂ ਕਹਿੰਦੇ ਹਮ ਦੇਖਾ ਤਾਂ ਡੂਬੀ ਵਾਲੇ, ਮੈਂ ਰੋਜ਼ ਦੇਖਦਾ ਕੋਈ ਨਾ ਕੋਈ ਡੁੱਬ ਰਿਹਾ, ਗਰਕ ਹੋ ਰਿਹਾ, ਕਿਰਦਾਰ ਤੋਂ ਡਿੱਗ ਰਿਹਾ। ਕਿੰਨੀ ਗਹਿਰੀ ਗੱਲ ਗੁਰਦੇਵ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ। ਇਸੇ ਕਰਕੇ ਜਿਨ੍ਹਾਂ ਨੇ ਅਹਿਸਾਸ ਕੀਤਾ ਇਹਨਾਂ ਵਿਕਾਰਾਂ ਦਾ ਕਿ ਇਹੀ ਸਾਡੀ ਜ਼ਿੰਦਗੀ ਵਿੱਚ ਅਸ਼ਾਂਤੀ ਦਾ ਕਾਰਨ ਹੈ। ਤੁਸੀਂ ਦੇਖੋ ਨਾ, ਮਨੁੱਖ ਦੇ ਅੰਦਰ ਲੋਭ, ਲਾਲਚ, ਮੋਹ ਜਿਹੜਾ ਕਿੰਨੀ ਅਸ਼ਾਂਤੀ ਪੈਦਾ ਕਰਦਾ। ਬੰਦੇ ਨੇ ਕਿਸੇ ਵੀ ਗੁਰਦੁਆਰੇ ਦੀ ਜਾਂ ਕਿਸੇ ਵੀ ਪਾਰਕਿੰਗ ਵਿੱਚ ਲਿਆ ਕੇ, ਜਾਂ ਆਪਣੇ ਘਰ ਦੀ ਪਾਰਕਿੰਗ ਵਿੱਚ ਲਿਆ ਕੇ ਰੋਜ਼ ਗੱਡੀ ਖੜੀ ਕਰਦਾ ਆਪਣੀ, ਤੇ ਚੁਗਰ ਦੇ ਜਿੰਨੇ ਵੀ ਲੋਕ ਨੇ ਸਾਰਿਆਂ ਵਿੱਚੋਂ ਇਹਦੀ ਗੱਡੀ ਸਭ ਤੋਂ ਮਹਿੰਗੀ ਹੈ। ਇਹਨੂੰ ਕੋਈ ਪ੍ਰੋਬਲਮ ਨਹੀਂ, ਦਰਵਾਜ਼ਾ ਖੋਲਿਆ ਘਰ ਚਲੇ ਜਾਂਦਾ। ਰੋਜ਼ ਦੀ ਗੱਲ ਹੈ। ਪਰ ਇੱਕ ਦਿਨ ਨਿਗਾਹ ਮਾਰ ਕੇ ਵੇਖਦੇ ਵੀ ਕਿਸੇ ਗੁਆਂਢੀ ਦੀ ਪਾਰਕਿੰਗ ਵਿੱਚ ਅੱਜ ਇਹਦੇ ਨਾਲੋਂ ਜ਼ਿਆਦਾ ਮਹਿੰਗੀ ਗੱਡੀ ਖੜੀ ਹੈ। ਉਸੇ ਵੇਲੇ ਅੰਦਰ ਅਸ਼ਾਂਤੀ ਪੈਦਾ ਹੋ ਗਈ। ਇਹਦੇ ਹੰਕਾਰ ਨੂੰ ਸੱਟ ਲੱਗੀ, ਮਹਿਸੂਸ ਹੋਈ ਵੀ ਮੇਰੇ ਤੋਂ ਵੀ ਮਹਿੰਗੀ ਕਿਸੇ ਦੀ ਕਿਵੇਂ ਹੋ ਸਕਦੀ ਹੈ। ਜਦੋਂ ਤੱਕ ਸਾਰਿਆਂ ਦੀ ਆਪਣੇ ਤੋਂ ਨੀਵੀਆਂ ਛੋਟੀਆਂ ਸਨ, ਉਦੋਂ ਤੱਕ ਕੋਈ ਪ੍ਰੋਬਲਮ ਨਹੀਂ ਸੀ। ਪਰ ਦੂਜੇ ਦੇ ਘਰ ਦੇ ਅੰਦਰ, ਇੱਕ ਉਦਾਹਰਣ ਹੈ, ਸਿਰਫ ਇੱਕ ਆਮ ਜੀਵਨ ਵਿੱਚ ਇਹ ਵਾਪਰ ਰਿਹਾ ਜ਼ਿੰਦਗੀ ਅੰਦਰ ਮਨੁੱਖ ਦੀ। ਦੂਜੇ ਦੇ ਘਰ ਦਾ ਸੁੱਖ ਦੇਖ ਕੇ ਬੰਦੇ ਦੇ ਅਹੰਕਾਰ ਨੂੰ ਸੱਟ ਵੱਜੀ। ਹੁਣ ਇਹ ਪਾਪ ਦੇ ਰਾਹ ਤੇ ਤੁਰ ਪਿਆ ਵੀ ਮੈਂ ਵੀ ਕੋਈ ਨਾ ਕੋਈ ਗਲਤ ਕੰਮ ਕਰਾਂ ਤੇ ਇਹਦੇ ਨਾਲੋਂ ਵੀ ਜ਼ਿਆਦਾ ਮਹਿੰਗੀ ਮੇਰੇ ਘਰ ਵਿੱਚ ਹੋਵੇ। ਉਸ
ਇੱਕ ਕਿਸੇ ਦੀ ਦੂਜੀ ਘਰ ਦੀ ਸਹੂਲਤ ਨੇ ਮਨ ਅੰਦਰ ਵਿਕਾਰ ਹੋਣ ਕਰਕੇ ਹਲਚਲ ਪੈਦਾ ਕਰ ਦਿੱਤੀ, ਅੰਦਰ ਦੀ ਸ਼ਾਂਤੀ ਗਵਾ ਦਿੱਤੀ, ਅੰਦਰ ਦਾ ਸਕੂਨ ਖਤਮ ਕਰ ਦਿੱਤਾ। ਇਸੇ ਕਰਕੇ ਸਿਆਣੇ ਲੋਕ ਕਹਿੰਦੇ ਸੰਸਾਰ ਵਿੱਚ ਰਹਿੰਦੇ ਆ ਬੰਦਾ ਉਨਾ ਦੁਖੀ ਆਪਣੇ ਦੁੱਖਾਂ ਤੋਂ ਨਹੀਂ ਜਿੰਨਾ ਮਨੁੱਖ ਦੂਜੇ ਦੇ ਸੁੱਖਾਂ ਤੋਂ ਦੁਖੀ ਹੋ ਰਿਹਾ। ਅੱਜ ਦੇ ਸਮੇਂ ਵਿੱਚ ਦੂਜੇ ਦੇ ਸੁੱਖ ਤੋਂ ਦੁਖੀ ਹੈ। ਸਤਿਗੁਰੂ ਕਹਿੰਦੇ ਬਸ ਇਹੀ ਕੰਮ ਕਰ ਰਹੇ ਨੇ ਅੰਦਰ ਬੈਠੇ ਹੋਏ ਵਿਕਾਰ, ਬੁਰਿਆਈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਬੜੀ ਡਾਢੀ ਟੀਮ ਹੈ ਇਹਨਾਂ ਦੀ। ਔਰ ਭਗਤਾਂ ਨੇ ਇਹਨਾਂ ਦਾ ਜ਼ਿਕਰ ਬਹੁਤ ਵਾਰੀ ਗੁਰਬਾਣੀ ਵਿੱਚ ਕੀਤਾ, ਗੁਰੂ ਸਾਹਿਬ ਨੇ ਕੀਤਾ। ਪੰਜ ਵਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰੈ ਔਰ ਬਹੁਤ ਸੰਤਾਵੇ। ਇੱਥੇ ਵੀ ਤਾਂ ਹੀ ਕਹਿ ਸਾਹਿਬ ਨੇ ਪੰਜੇ ਬੱਧੇ ਮਹਾਬਲੀ, ਇਹ ਸਤਾਉਂਦੇ ਨੇ ਹਰ ਵੇਲੇ। ਖੇਦ ਕਰੈਨ ਬਹੁਤ ਸੰਤਾਵੇ, ਆਇਓ ਸ਼ਰਨ ਤੁਹਾਰੇ। ਤੇ ਸਤਿਗੁਰੂ ਕਹਿੰਦੇ ਕਰ ਕਰ ਹਾਰਿਓ ਅਨਿਕ ਬਹੁ ਭਾਂਤੀ। ਮੈਂ ਤੇ ਬੜੇ ਉਪਰਾਲੇ ਕਰ ਲਏ ਆਪਣੇ ਵੱਲੋਂ, ਬੜੇ ਯਤਨ ਕਰਕੇ ਵੇਖ ਲਏ। ਛੋੜੈ ਕਤਹੂ ਨਾਹੀ, ਇਹ ਬੰਦੇ ਦਾ ਖੈੜਾ ਕਿੱਥੇ ਛੱਡਦੇ ਨੇ? ਛੱਡਿਆ ਜਾਂਦਾ ਕਿਤੇ? ਕਾਮ ਵਿੱਚੋਂ ਨਿਕਲੇ ਤੇ ਕ੍ਰੋਧ ਪਕੜ ਲੈਂਦਾ, ਕ੍ਰੋਧ ਵਿੱਚੋਂ ਨਿਕਲੇ ਤੇ ਲੋਭੀ ਬਿਰਤੀ ਅੰਦਰ ਪੈਦਾ ਹੋ ਜਾਂਦੀ, ਲਾਲਚੀ ਬਿਰਤੀ, ਮੋਹ ਅੰਦਰ ਪੈਦਾ ਹੋ ਜਾਂਦਾ। ਔਰ ਇਹਨਾਂ ਸਾਰਿਆਂ ਤੋਂ ਤਾਕਤਵਰ ਜਿਹੜਾ ਗੁਰਬਾਣੀ ਵਿੱਚ ਮੰਨਿਆ ਉਹ ਹੰਕਾਰ ਨੂੰ ਮੰਨਿਆ। ਇਹਦੇ ਬੜੇ ਰੂਪ ਨੇ ਜੀਵਨ ਵਿੱਚ ਪ੍ਰਵੇਸ਼ ਕਰਨ ਦੇ। ਹਰ ਇੱਕ ਪੱਖ ਤੋਂ ਹੰਕਾਰ ਸਭ ਤੋਂ ਪਹਿਲਾਂ ਆਪਣੀ ਜਗ੍ਹਾ ਬਣਾ ਲੈਂਦਾ ਮਨੁੱਖੀ ਜ਼ਿੰਦਗੀ ਅੰਦਰ। ਇਹਦੇ ਸਰੀਰ ਵਿੱਚ ਤਾਕਤ ਹੈ ਤੇ ਸਰੀਰ ਦੀ ਤਾਕਤ ਦਾ ਹੀ ਹੰਕਾਰ ਕਰ ਲਿਆ। ਇਹਦੇ ਕੋਲ ਕਮਾਈ ਕਰਕੇ 4 ਪੈਸੇ ਆ ਗਏ ਤੇ ਮਾਇਆ ਦਾ ਹੰਕਾਰ ਕਰ ਲਿਆ। ਇਹਦੇ ਕੋਲ ਪੜ੍ਹਾਈ ਕਰਕੇ ਗਿਆਨ ਆ ਗਿਆ ਤੇ ਕਹਿੰਦਾ ਮੇਰੇ ਵਰਗਾ ਗਿਆਨਵਾਨ ਕੋਈ ਨਹੀਂ। ਜੋ ਵੀ ਕੁਝ ਆ ਰਿਹਾ, ਸਰੀਰ ਦੀ ਸੁੰਦਰਤਾ ਤਾਂ ਉਹਦਾ ਹੰਕਾਰ ਹੈ, ਹਰ ਇੱਕ ਚੀਜ਼ ਦਾ ਹੰਕਾਰ। ਗੁਰੂ ਤਾਂ ਬਾਣੀ ਵਿੱਚ ਕਹਿੰਦੇ ਜੇ ਕੁਝ ਵੀ ਨਹੀਂ ਤੇ ਹੰਕਾਰ ਤੇ ਇਵੇਂ ਦਾ ਫਿਰ ਵੀ ਆਪਣੀ ਜਗ੍ਹਾ ਬਣਾ ਲੈਂਦਾ। ਬੜਾ ਪਿਆਰਾ ਬਚਨ ਕਿਹਾ, ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਬ ਕਰੰਤ। ਅਸਲੀ ਖੋਤੇ ਦੀ ਨਿਸ਼ਾਨੀ ਇਹ ਕਿ ਗੁਣ ਤੋਂ ਬਿਨਾਂ ਵੀ ਹੰਕਾਰ ਕਰੀ ਫਿਰਦੇ ਨੇ। ਦੇਖੋ ਨਾ ਕਿੰਨਾ ਤਾਕਤਵਰ ਹੈ। ਬਾਕੀ ਚੀਜ਼ਾਂ ਬੰਦਾ ਕੁਝ ਸਮੇਂ ਲਈ ਚਾਹੇ ਤੇ ਛੱਡ ਸਕਦਾ ਹੈ। ਬੰਦਾ ਮਨ ਬਣਾ ਲੈ ਨਾ, ਮੈਂ ਜੀ ਕਾਮੀ ਵਿਰਤੀ ਨਹੀਂ ਰਹਿਣ ਦੇਣੀ ਆਪਣੇ ਅੰਦਰ, ਕੁਝ ਸਮੇਂ ਲਈ ਮਿਹਨਤ ਕਰ ਲਏਗਾ, ਬਚ ਜਾਏਗਾ ਕੁਝ ਸਮੇਂ ਵਾਸਤੇ। ਅੱਜ ਕ੍ਰੋਧ ਨਹੀਂ ਆਉਣ ਦੇਣਾ ਮੈਂ ਆਪਣੇ ਅੰਦਰ, ਕੋਈ ਮੈਨੂੰ ਕੁਝ ਵੀ ਬੋਲੇ, ਬਚ ਸਕਦਾ ਹੈ। ਮੈਂ ਅੱਜ ਮੋਹ ਪੈਦਾ ਨਹੀਂ ਹੋਣ ਦੇਣਾ, ਲੋਭ ਪੈਦਾ ਨਹੀਂ ਹੋਣ ਦੇਣਾ। ਪਰ ਹੰਕਾਰ ਨੂੰ ਛੱਡ ਕੇ ਬੰਦਾ ਕੀ ਕਹੇਗਾ, ਮੈਂ ਹੰਕਾਰ ਨਹੀਂ ਪੈਦਾ ਹੋਣ ਦੇਣਾ, ਮੈਂ ਤਾਂ ਫੇਰ ਉੱਥੇ ਖੜੀ ਹੈ, ਹੋਂ ਤਾਂ ਫੇਰ ਉੱਥੇ ਖੜੀ, ਹੰਕਾਰ ਤਾਂ ਫੇਰ ਉੱਥੇ ਖੜੀ। ਗੁਰੂ ਸਾਹਿਬ ਕਹਿੰਦੇ ਤਿਆਗਿਆ ਵੀ ਨਹੀਂ ਤਿਆਗਿਆ ਜਾਂਦਾ, ਛੱਡਿਆ ਵੀ ਨਹੀਂ ਛੱਡਿਆ ਜਾਂਦਾ। ਤਾਂ ਤਿਆਗ ਕਰਨਾ ਬੜਾ ਔਖਾ ਹੈ, ਜੀਵਨ ਵਿੱਚੋਂ ਛੱਡਣਾ ਬਹੁਤ ਮੁਸ਼ਕਿਲ ਹੈ। ਇਸੇ ਕਰਕੇ ਸਾਹਿਬ ਨੇ ਬਚਨ ਕਿਹਾ ਬਾਣੀ ਵਿੱਚ, ਇਹ ਕਿੰਨੇ ਤਾਕਤਵਰ ਨੇ। ਗੁਰਦੇਵ ਪਿਤਾ ਮਹਾਰਾਜ ਕਹਿੰਦੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ। ਉਹਨਾਂ ਦਾ ਵੀ ਖੇੜਾ ਨਹੀਂ ਛੱਡਿਆ। ਜਿਨ ਕੀਏ ਤਿਸੈ ਨ ਚੇਤੈ ਵਪੜੇ, ਹਰ ਗੁਰਮੁਖ ਸੋਜੀ ਪਾਈ। ਹਉ ਮੈਂ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਭਾਰੀ। ਬਸ ਇੱਕੋ ਹੀ ਗੱਲ ਹੈ ਕਿ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਤਿਸ ਜਨ ਕੋ ਹਉ ਬਲਿਹਾਰੀ। ਗੁਰੂ ਦੀ ਕਿਰਪਾ ਨਾਲ ਇਹਦੀ ਚੁੰਗਲ ਵਿੱਚੋਂ ਕੋਈ ਵਿਰਲਾ ਛੁੱਟਦਾ ਨਿਕਲਦਾ। ਐਸੇ ਸੇਵਕ ਤੋਂ ਮੈਂ ਕੁਰਬਾਨ ਜਿਹੜਾ ਦੁਨੀਆ ਵਿੱਚ ਰਹਿੰਦੇ ਹੰਕਾਰ ਉੱਤੇ ਵੀ ਆਪਣੀ ਜਿੱਤ ਪਾ ਲਵੇ, ਹੰਕਾਰ ਦੀ ਵਿਰਤੀ ਛੱਡ ਦੇਵੇ। ਇਸ ਕਰਕੇ ਸਾਹਿਬ ਕਹਿੰਦੇ ਪੰਜੇ ਬੱਧੇ ਮਹਾਬਲੀ। 5 ਵਿਕਾਰ ਜਿਹੜੇ ਨੇ ਬੜੇ ਮਹਾਬਲੀ ਨੇ, ਬਹੁਤ ਤਾਕਤਵਰ ਹਨ। ਇਸੇ ਕਰਕੇ ਸਾਹਿਬ ਨੇ ਪੁਕਾਰ ਕੀਤੀ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਵਾਰ ਮਨਾ। ਦੂਜੇ 5 ਨੇ, ਮੈਂ ਇਕੱਲਾ ਹਾਂ, ਕਿਵੇਂ ਆਪਣੇ ਘਰ ਨੂੰ ਆਪਣੇ ਮਨ ਨੂੰ ਬਚਾਵਾਂ। ਅਵਰ ਪੰਚਮ ਏਕ ਜਨਾ, ਕਿਉਂ ਰਾਖੋ ਘਰ ਵਾਰ ਮਨਾ। ਕਰਦੇ ਕੀ ਨੇ ਸਾਹਿਬ ਕਹਿੰਦੇ, ਮਾਰੈ ਲੂਟੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਕਿਹਦੇ ਅੱਗੇ ਜਾ ਕੇ ਆਪਣੀ ਪੁਕਾਰ, ਕਿਹਦੇ ਅੱਗੇ ਜਾ ਕੇ ਆਪਣਾ ਦੁੱਖੜਾ ਰੋਵਾ। ਬੜਾ ਕੀਮਤੀ ਬਚਨ ਸਾਹਿਬ ਨੇ ਬਾਣੀ ਵਿੱਚ ਕਿਹਾ। ਗੁਰਦੇਵ ਕਹਿੰਦੇ ਕੁਝ ਜੀਵ ਐਸੇ ਨੇ ਸੰਸਾਰ ਵਿੱਚ ਜਿਨ੍ਹਾਂ ਅੰਦਰ ਇੱਕ ਇੱਕ ਉਹਨਾਂ ਦੀ ਕਮਜ਼ੋਰੀ ਪੈਦਾ ਹੋ ਗਈ ਤੇ ਕਮਜ਼ੋਰੀ ਉਹਨਾਂ ਨੂੰ ਗੁਲਾਮ ਬਣਾ ਦਿੰਦੀ ਹੈ। ਉਹ ਗਿਣਤੀ ਗਿਣੀ ਸਾਹਿਬ ਨੇ, ਮਿਰਗ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਨਾਸ। ਇਹ ਸਾਰੀਆਂ ਜੂਨੀਆਂ ਦੇ ਨਾਮ ਨੇ। ਮਿਰਗ ਦਾ ਅਰਥ ਹੈ ਹਿਰਨ। ਹਿਰਨ ਜੰਗਲ ਵਿੱਚ ਰਹਿੰਦਾ, ਬੜਾ ਸੋਹਣਾ ਜੀਵਨ ਜੀਂਦਾ ਹੈ, ਪਰ ਉਹਦੀ ਕਮਜ਼ੋਰੀ ਹੈ ਇੱਕ ਖਾਸ ਸਾਜ਼ ਦੀ ਆਵਾਜ਼ ਹੈ, ਧੁਨੀ ਹੈ, ਜਿਹਨੂੰ ਸੁਣ ਕੇ ਹਿਰਨ ਇੰਨਾ ਮਗਨ ਹੋ ਜਾਂਦਾ ਹੈ, ਜਿਸ ਪਾਸਿਓਂ ਵੀ ਆਵਾਜ਼ ਆ ਰਹੀ ਹੋਵੇ ਉਸ ਧੁਨੀ ਦੇ ਪਿੱਛੇ, ਉਸ ਆਵਾਜ਼ ਦੇ ਪਿੱਛੇ ਜਾਂਦਾ ਹੈ। ਤੇ ਉਹ ਆਵਾਜ਼ ਸ਼ਿਕਾਰੀ ਨੇ ਪੈਦਾ ਕੀਤੀ ਹੁੰਦੀ ਹੈ, ਪਕੜਨ ਵਾਸਤੇ, ਕਾਬੂ ਕਰਨ ਲਈ ਜਾਲ ਫਸਾਇਆ ਹੁੰਦਾ। ਬਸ
ਹਿਰਨ ਆਪਣੀ ਸੁੱਧ ਬੁੱਧ ਸਾਰਾ ਕੁਝ ਭੁੱਲ ਜਾਂਦਾ। ਇੱਕ ਕਮਜ਼ੋਰੀ ਅੰਦਰ ਪੈਦਾ ਹੋ ਗਈ, ਇੱਕ ਵਿਕਾਰ ਅੰਦਰ ਪੈਦਾ ਹੋ ਗਿਆ, ਤੇ ਉਹ ਅੰਤ ਨੂੰ ਗੁਲਾਮੀ ਦੇ ਜੰਜਾਲ ਜਿਹੜੇ ਨੇ, ਸੰਗਲ ਜਿਹੜੇ ਨੇ, ਹਿਰਨ ਦੇ ਗਲ ਵਿੱਚ ਪਵਾ ਦਿੱਤੇ। ਅਗਲੀ ਉਦਾਹਰਣ ਦਿੱਤੀ ਸਾਹਿਬ ਨੇ, ਮਿਰਗ ਮੀਨ। ਮੀਨ ਦਾ ਅਰਥ ਹੈ ਮੱਛੀ। ਉਹਨੂੰ ਚਸਕਾ ਹੈ ਜਵਾਨ ਦਾ, ਰਸਨਾ ਦਾ। ਅੱਜ ਗੁਰਬਾਣੀ ਵਿੱਚ ਸਾਹਿਬ ਨੇ ਬਚਨ ਕਹੇ, ਕੀਤੇ ਕਾਰਨ ਪਾਕੜੀ ਕਿਉਂ ਕੀਤੋ ਵੇਸਾਹ। ਮਾਸ ਦਾ ਟੁਕੜਾ ਫਸਾ ਕੇ ਸ਼ਿਕਾਰੀ ਨੇ ਜਾਲ ਵਿੱਚ ਲਾਇਆ ਹੋਇਆ ਸੀ, ਇਹਨੂੰ ਲਾਲਚ ਪੈ ਗਿਆ, ਨੇੜੇ ਗਈ ਤੇ ਆਪ ਜਾ ਕੇ ਫਸ ਗਈ। ਚਸਕਾ ਸੀ ਜਵਾਨ ਦਾ। ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ। ਭ੍ਰਿੰਗ ਦਾ ਅਰਥ ਹੈ ਭੌਰਾ। ਭੌਰੇ ਨੂੰ ਚਸਕਾ ਨਾਸਿਕਾ ਦਾ, ਖੁਸ਼ਬੂ ਦਾ। ਕਮਲ ਦੇ ਫੁੱਲ ਤੇ ਜਾ ਕੇ ਬੈਠਦਾ, ਖੁਸ਼ਬੂ ਲੈਂਦਾ, ਜੇ ਲੈ ਕੇ ਉੱਡ ਜਾਂਦਾ ਆਪਣੇ ਆਪ ਨੂੰ ਨਿਰਲੇਪ ਕਰ ਲੈਂਦਾ, ਜ਼ਿੰਦਗੀ ਬਚ ਜਾਣੀ ਸੀ। ਪਰ ਚਸਕੇ ਵਿੱਚ ਇੰਨਾ ਵੱਜਿਆ ਗਿਆ ਕਿ ਸਾਰਾ ਦਿਨ ਬੈਠਾ ਰਿਹਾ। ਸ਼ਾਮ ਨੂੰ ਜਦੋਂ ਸੂਰਜ ਡੁੱਬਿਆ, ਕਮਲ ਦੇ ਫੁੱਲ ਨੇ ਆਪਣੀਆਂ ਪੰਖੜੀਆਂ ਬੰਦ ਕੀਤੀਆਂ ਤੇ ਅੰਦਰ ਹੀ ਫਸ ਗਿਆ। ਰਾਤ ਭਰ ਅੰਦਰ ਰਹਿਣ ਕਰਕੇ ਮੌਤ ਹੋ ਗਈ, ਮਰ ਗਿਆ। ਇੱਕ ਚਸਕੇ ਨੇ ਮੌਤ ਲਿਆਂਦੀ। ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ। ਪਤੰਗ, ਪਤੰਗਾ ਦੀਵੇ ਦੀਆਂ ਲਾਟਾਂ ਦੇ ਚਾਰੇ ਪਾਸੇ ਘੁੰਮਦਾ, ਘੁੰਮਦਿਆਂ ਘੁੰਮਦਿਆਂ ਭੁੱਲ ਹੀ ਜਾਂਦਾ, ਇੱਕ ਵਾਰੀ ਆਪ ਹੀ ਲਾਟ ਵਿੱਚ ਪੈ ਕੇ ਮਰ ਜਾਂਦਾ। ਦੇਖਣ ਦਾ ਚਸਕਾ ਇਹਨੂੰ। ਤੇ ਸਾਹਿਬ ਨੇ ਅਗਲੀ ਉਦਾਹਰਣ ਦਿੱਤੀ ਕੁੰਚਰ ਦੀ, ਹਾਥੀ ਦੀ। ਵਾਸਨਾ ਅੰਦਰ ਕਾਮ ਦੀ ਹੈ। ਜਦੋਂ ਵੀ ਹਾਥੀ ਪਕੜਨਾ ਹੋਵੇ ਨਾ, ਫੀਮੇਲ ਹਾਥੀ ਦਾ ਢਾਂਚਾ ਬਣਾ ਕੇ ਤੇ ਇੱਕ ਕਾਗਜ਼ ਦਾ ਬਣਾ ਕੇ ਬਹੁਤ ਸਾਰਾ ਗਹਿਰਾ ਗੱਡਾ ਪੱਟ ਕੇ ਉਹਦੇ ਉੱਪਰ ਸਜਾ ਦਿੰਦੇ ਨੇ। ਵਾਸਨਾ ਅਧੀਨ ਫਸਿਆ ਹੋਇਆ ਹਾਥੀ ਦੌੜ ਕੇ ਆਉਂਦਾ, ਸਭ ਕੁਝ ਭੁੱਲ ਜਾਂਦਾ, ਉਸ ਖੂਹ ਵਿੱਚ ਆ ਕੇ ਡਿੱਗ ਪੈਂਦਾ, ਅਗਲੇ ਕਾਬੂ ਕਰ ਲੈਂਦੇ। ਵਿਕਾਰ ਜੰਜਾਲ ਬਣ ਗਿਆ, ਜੰਗਲ ਬਣ ਗਿਆ। ਵਿਕਾਰ ਜੰਜਾਲ ਬਣ ਗਿਆ, ਸੰਗਲ ਬਣ ਗਏ ਗਲ ਦੇ। ਸਭ ਕਹਿੰਦੇ ਇੱਕ ਇੱਕ ਚਸਕੇ ਨੇ ਗਲ ਵਿੱਚ ਫਾਈ ਪਵਾ ਦਿੱਤੀ। ਪਰ ਮਨੁੱਖ ਦੀ ਕੀ ਗੱਲ ਕਰੀਏ, ਜਦੋਂ ਮਨੁੱਖ ਦੇ ਜੀਵਨ ਵੱਲ ਵੇਖਦੇ ਹਾਂ, ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਪੰਜ ਦੋਖ ਅਸਾਧ ਜਾਮੇ ਤਾਕੀ ਕੇਤਕ ਆਸ। ਉੱਥੇ ਤਾਂ ਇੱਕ ਇੱਕ ਦੀ ਗੱਲ ਹੈ, ਬੰਦੇ ਦੇ ਅੰਦਰ ਪੰਜ ਪ੍ਰਵਿਰਤੀਆਂ ਕੰਮ ਕਰ ਰਹੀਆਂ ਨੇ, ਪੰਜ ਵਿਕਾਰ ਕੰਮ ਕਰ ਰਹੇ ਨਿਰੰਤਰ। ਕਿੱਥੇ ਇੱਕ ਰੋਗ ਤੇ ਕਿੱਥੇ ਪੰਜ ਰੋਗ ਇਕੱਠੇ, ਜਿਹਦੀ ਗੱਲ ਅੱਜ ਗੁਰੂ ਸਾਹਿਬ ਕਹਿੰਦੇ ਪੰਜੇ ਵੱਧੇ ਮਹਾਬਲੀ। ਉਹਦੀ ਕੀ ਆਸ ਹੋ ਸਕਦੀ ਹੈ ਕਿ ਇਹਦਾ ਵੀ ਕੋਈ ਬਚਾਅ ਹੋ ਸਕਦਾ, ਇਹ ਵੀ ਬਚ ਸਕਦਾ ਹੈ। ਸਤਿਗੁਰੂ ਨੇ ਇਹ ਕੀਮਤੀ ਉਦਾਹਰਣ ਦੇ ਕੇ ਸਾਡੀ ਜ਼ਿੰਦਗੀ ਦੀ ਕਿੰਨੀ ਪਿਆਰੀ ਅਗਵਾਈ ਤੇ ਸਾਨੂੰ ਇਹਨਾਂ ਵਿਕਾਰਾਂ ਵਿੱਚੋਂ ਬਚਣ ਲਈ ਕਿੰਨੀ ਸੋਹਣੀ ਪ੍ਰੇਰਣਾ ਕੀਤੀ ਹੈ। ਸਭ ਕਹਿੰਦੇ ਲਾਲਚ ਕਿੰਨੀ ਬੁਰੀ ਬਲਾ ਹੈ, ਮੋਹ ਦਾ ਰੂਪ ਕਿ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ। ਛੂਟਨ ਕੋ ਸਹਿਸਾ ਪਰਿਆ ਮਨ ਬੌਰਾ ਰੇ ਨਾਚਿਓ ਕਰ ਕਰਵਾਰ। ਬਾਂਦਰ ਨੂੰ ਜਦੋਂ ਪਕੜਦਾ ਹੈ ਨਾ ਮਦਾਰੀ, ਕੁੱਜਾ ਛੋਲਿਆਂ ਦਾ ਭਰ ਕੇ ਉਹਨੇ ਮਿੱਟੀ ਵਿੱਚ ਦਬਾ ਦਿੱਤਾ। ਬਾਂਦਰ ਦੇ ਅੰਦਰ ਲਾਲਚ ਪੈਦਾ ਹੋਇਆ, ਦੌੜ ਕੇ ਆ ਕੇ ਹੱਥ ਪਾਇਆ ਵਿੱਚ ਤੇ ਛੋਲਿਆਂ ਦੀ ਮੁੱਠ ਭਰ ਲਈ। ਕੁੱਜਾ ਜ਼ਮੀਨ ਵਿੱਚ ਦਬਿਆ ਹੋਇਆ ਸੀ, ਬਾਹਰ ਖਿੱਚਦਾ, ਹੱਥ ਪਹਿਲਾਂ ਸਿੱਧਾ ਪਾਇਆ ਸੀ, ਪੈ ਗਿਆ, ਪਰ ਜਦੋਂ ਮੁੱਠ ਭਰੀ ਤੇ ਹੁਣ ਬਾਹਰ ਨਹੀਂ ਨਿਕਲਦਾ। ਕੋਸ਼ਿਸ਼ ਕਰਦਾ, ਯਤਨ ਕਰਦਾ। ਹੁਣ ਇੱਕੋ ਹੀ ਢੰਗ ਹੈ, ਲਾਲਚ ਛੱਡ ਦਵੇ, ਖਾਲੀ ਕਰ ਲੈ ਆਪਣਾ ਹੱਥ ਤੇ ਹੱਥ ਬਾਹਰ ਕੱਢ ਕੇ ਆਜ਼ਾਦ ਹੋ ਕੇ ਦੌੜ ਜੇ, ਨਿਕਲ ਜੇ। ਪਰ ਲਾਲਚ ਅੰਦਰ ਤ੍ਰਿਸ਼ਨਾ ਜਿਹੜੀ ਹੈ ਉਹ ਛੋਲੇ ਨਹੀਂ ਛੱਡਣ ਦਿੰਦੀ। ਮਨਾ ਛੱਡੇਗਾ ਤੇਰੇ ਪੱਲੇ ਕੀ ਰਹਿ ਜਾਏਗਾ। ਬਸ ਇੰਨੀ ਕੁ ਮਨ ਦੀ ਦੁਬਿਧਾ ਦੇ ਕਾਰਨ ਉਹਨਾਂ ਚ ਨੂੰ ਮਦਾਰੀ ਆਉਂਦਾ ਹੈ, ਆਪਣਾ ਪੱਟਾ ਗਲ ਵਿੱਚ ਪਾਇਆ ਤੇ ਸਾਰੀ ਜ਼ਿੰਦਗੀ ਆਪਣੇ ਨਾਲ ਹੀ ਰੱਖ ਕੇ ਗੁਲਾਮ ਬਣਾ ਕੇ ਰੱਖਦਾ। ਘਰਾਂ ਲੋਕਾਂ ਦੇ ਘਰਾਂ 'ਚ ਲਿਜਾ ਕੇ ਨਾਚ ਕਰਵਾਉਂਦਾ। ਇੱਕ ਲਾਲਚ ਨੇ ਗੁਲਾਮੀ ਦੇ ਦਿੱਤੀ, ਗੁਲਾਮੀ ਦਾ ਸੰਗਲ ਗਲ ਪਾ ਦਿੱਤਾ। ਸਤਿਗੁਰੂ ਕਹਿੰਦੇ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ। ਛੂਟਨ ਕੋ ਸਹਿਸਾ ਪਰਿਆ ਮਨ ਬੌਰਾ ਰੇ ਨਾਚਿਓ ਕਰ ਕਰਵਾਰ। ਇਹ ਹਾਲਤ ਬਾਂਦਰ ਦੀ ਨਹੀਂ, ਇਕੱਲੇ ਦੀ। ਸਤਿਗੁਰੂ ਕਹਿੰਦੇ ਮਨੁੱਖ ਨਾਲ ਵੀ ਇਵੇਂ ਹੋ ਰਿਹਾ। ਆਹ ਕੁਝ ਮਨੁੱਖ ਨਾਲ ਹੋ ਰਿਹਾ, ਵਿਕਾਰਾਂ ਦੇ ਅਧੀਨ ਫਸਿਆ ਹੋਇਆ, ਇਵੇਂ ਗੁਲਾਮੀ ਕਰ ਰਿਹਾ। ਤੇ ਵਿਕਾਰ ਕਿਵੇਂ ਕਾਬੂ ਹੋ ਸਕਦੇ ਨੇ? ਸਤਿਗੁਰੂ ਕਹਿੰਦੇ ਇੱਕੋ ਢੰਗ ਹੈ, ਪੰਜੇ ਬੱਦੇ ਮਹਾਬਲੀ ਹੈਨ ਬੜੇ ਤਾਕਤਵਰ, ਪਰ ਬੰਨੇ ਜਾ ਸਕਦੇ ਹਨ। ਕਰ ਸੱਚਾ ਢੋਆ। ਜਦੋਂ ਸੱਚਾ ਨਿਰੰਕਾਰ ਪ੍ਰਮਾਤਮਾ ਆਪਣੀ ਬਖਸ਼ਿਸ਼ ਕਰੇ, ਤੂੰ ਆਪਣਾ ਆਪਾ ਉਹਦੇ ਅੱਗੇ ਭੇਟਾ ਵਜੋਂ ਕੁਰਬਾਨ ਕਰ ਦਵੇਂ, ਤੂੰ ਸਭ ਕੁਝ ਸੱਚੇ ਦੇ ਚਰਨਾਂ ਵਿੱਚ ਭੇਟਾ ਕਰ ਦੇ, ਸਮਰਪਿਤ ਹੋ ਜਾਏ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। हे ਰੱਬ ਜੀ ਮੇਰੇ ਕੋਲ ਤਾਕਤ ਨਹੀਂ, ਤੂੰ ਕਿਰਪਾ ਕਰੇ। ਇਹ ਭੀਤਰ ਤਿੰਨ ਕੋ ਡਾਰੋ
आपन निकट बुलावो, फिर तू बड़े मान नाल कह सकेंगा नस वंजो किल विखो करता घर आया। एक घर निरंकार दा घर बन जाएगा। आई गल आखी ना रोज पढ़ाउंदे तुहानूं गुरु साहब, वाजे पंच शब्द तित घर सभागै, घर सभागै शब्द वाजे कला जित करतारी। जिथे मालक ने अपनी कला वरता दी, कर सच्चा ढोआ पंजे वधे। फिर होया कि पंच दूत तुद वस कीते, काल कंटक मारे। पंजे विकार काबू कर ले, वस विच कर ले। गरीब निवाज पातशाह कहंदे अपने चरण जपायन विच दई खलोआ। अकाल पुरख परमात्मा फिर आप कृपा करके अपने प्यारे नूं अपने चरण ध्याउण दी समर्था दिंदा है, अकल दिंदा है, ताकत दिंदा है। अपना सिमरन, अपनी बंदगी, अपने गुणां दा अभ्यास वो मेहरामत करके आप ही करवा लैंदा है। कोई समर्पित हो जाए ना, अरदास करे उद्यम करो, मैं उद्यम मेहनत कर सकदा रब जी, पर कदों करावो ठाकुर जे तू करन दी मैनूं ताकत दे। साहब जी कहंदे ये कृपा हुंदी है विच दई खलोआ। रब आप विच खड़ा हो गया, हुण किसे विकार दी ताकत नहीं। इसे भावना विचों बचन कह जां तू मेरे वल है। असीं ते खाली शब्द सुन के ही सोचते हैं भी साडे उत्ते सारी कृपा बस शब्द सुने ही वापर गई, जीवन साडा भावें मनमुखां वाला ही होवे समूचा। पर गुरु कहंदे नहीं, देखो हर शब्द अंदर एक कंडीशन लाई है। लख खुशियां पातशाहियां विच कंडीशन है ना, जे सतगुर नदर करे, सतगुर होए दयाल विच कंडीशन है, तां शरधा पूरी है। हुण पहले ही सवाल एक खड़ा हो जाता भी गुरु दयालु किवें होवे, सतगुरु नदर किवें करे। ਉਹਦੇ ਲਈ ਪਾਤਰ ਬਣੀਏ, ਪਹਿਲਾਂ ਤਿਆਰੀ ਕਰੀਏ ਗੁਰੂ ਦੀ ਕਿਰਪਾ ਦਾ। ਗੁਰੂ ਦੀ ਕਿਰਪਾ ਲੈਣ ਲਈ ਆਪਣੇ ਮਨ ਦਾ ਭਾਂਡਾ ਤਿਆਰ ਕਰੀਏ, ਫਿਰ ਸਾਰੇ ਕਾਰਜ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਹੋ ਜਾਏਗਾ। ਅਸੀਂ ਕਿਰਪਾ ਵੀ ਚਾਹੁੰਦੇ ਹਾਂ, ਅਸੀਂ ਖੁਸ਼ੀਆਂ ਵੀ ਭਾਲਦੇ ਹਾਂ, ਸਭ ਕੁਝ ਚਾਹੁੰਦੇ ਹਾਂ, ਪਰ ਬਖਸ਼ਿਸ਼ ਕਿਵੇਂ ਮਿਲੇ ਉਹ ਢੰਗ ਅਸੀਂ ਨਹੀਂ ਅਪਣਾਉਂਦੇ ਜ਼ਿੰਦਗੀ ਵਿੱਚ। ਫਿਰ ਸ਼ਬਦ ਪੜ੍ਹਾ ਕੇ ਵੀ ਨਹੀਂ ਕਈ ਵਾਰ ਖੁਸ਼ੀ ਮਿਲਦੀ, ਜ਼ਿੰਦਗੀ ਅੰਦਰ ਬੰਦਾ ਖੁਆਰ ਹੀ ਹੋਇਆ ਰਹਿੰਦਾ, ਕਿਉਂਕਿ ਕਮਾਈ ਦਾ ਹਿੱਸਾ ਨਹੀਂ ਬਣਿਆ, प्रैक्टिस का हिस्सा नहीं बनया, किरदार का हिस्सा नहीं बनया शब्द। सतगुरु इत्थे कृपा करते ने। साहब जी कहते अपने चरण जपायन विच दई खलोआ, रोग शोग सब मिट गए नित नवा नरोआ। जिंदगी विचों सारे रोग विकार खत्म हो गए, मिट गए। ये शरीर, ये काया, ये मन इवें हो गया जिद्दां आपां कहंदे ना नवा नरोआ शरीर। कोई दुख नहीं, कोई कलेश नहीं, कोई विकार नहीं जिंदगी अंदर। सच्चे पातशाह कहते दिन रैण नाम ते आइंदा फिर पाए ना मोआ। दिन रैण हर वक्त ये मन रबी सिफत विच जुड़िया रहिंदा, फिर मुड़ के कदे विकारां विच फस के आत्मक मौत नहीं हुंदी। एक ते मौत है शरीर दी जो वक्त नाल सारियां दी जिंदगी विच आउणी है, पर एक मौत है ज़मीर दी। ये मौत बड़ी खतरनाक है। इहदे तो बचण लई ही गुरबाणी विच साहब ने प्रेरणा कीती बार बार, ख्याल रखी ये ज़मीर तेरा जागदा रहे, जिउंदा रहे। ज़मीर करके मर गए हो, शरीर दी भावें फिर 100 साल की उम्र भी हंडा के मरेंगा, उसकी कोई वैल्यू नहीं, कोई कीमत नहीं। कीमत उन्हां दी है जिहड़े शरीर करके भावें 5 7 9 साल दीयां उम्रां बतीत करके गए, पर वो उम्रां वो जीवन इन्ना लमेरा हो गया कि अज भी कई सौ साल बाद दुनिया याद कर रही है, तो अगले कई सौ हज़ार सालों तक भी संसार उन्होंने चित चेते विच अपनी याद विच रखेगा, क्योंकि शरीर बिन से ज़मीर कायम ने, ज़मीर कायम है, आत्मा मौत नहीं होने देती। सतगुरु वही कृपा इत्थे करदे ने। दिन रैण नाम ते आइंदा, वो दिन रात रबी सिफत विच जुड़ जाता है, फिर पाए ना मोआ। कदे विकारां विचों मरदा नहीं, वो काम अगे नहीं गोडे टेकदा, क्रोध अगे नहीं गोडे टेकदा। ये विकार हुंदे ने जीवन विच, पर विकार सीमा विच मर्यादा विच तुरदे हन। पातशाह कहंदे ये मेरे मालक ने कृपा की, जिस ते उपजिया नानका सोई फिर होआ। जिस रब विचों असीं पैदा होए सां, उहदा रूप सां। संसार दी कालख ने, माया ने लिव छुड़की, लगी तृष्णा, माया मर वरताया सानूं विछोड़ दिता। पर इस सिफत सलाह, रबी इबादत, रबी गुण जिंदगी अंदर दोबारा सानूं उस निरंकार विच ही अभेद करवा सकते ने जिंदे तो असीं पैदा होए आ। सतगुरु कृपालता करन, ये कीमती उपदेश साडी जिंदगी का हिस्सा बने। पढ़ बुझ मन वसावणियां दे सी धारनी हो सकीए। बेअंत भुल्लां दास दियां जान बख्श लैणियां जी।
ਬਚਨ ਗੁਰੂ ਕੇ ਕਿਰਦਾਰ ਦਾ ਹਿੱਸਾ ਬਣਾਇਓ। ਬੜੇ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।